परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਪ੍ਰਭੂ ਦੇ ਦੁਆਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਜਾਣਾਂਗੇ। ਪਹਿਲੀ ਗਵਾਹੀ ਸਿਸਟਰ ਚਰਨਜੀਤ ਕੌਰ ਦੀ ਆ, ਜੋ ਦੱਸਦੇ ਨੇ ਕਿ ਉਹਨਾਂ ਦੇ ਬੇਟੇ ਦੇ ਪੇਟ ਦੇ ਵਿੱਚ ਗਰਮੀ ਪੈ ਗਈ ਸੀ, ਜਿਹਦੇ ਕਰਕੇ ਉਹਨਾਂ ਨੂੰ ਭੁੱਖ ਵੀ ਨਹੀਂ ਸੀ ਲੱਗਦੀ ਔਰ ਉਹਨਾਂ ਦਾ ਪੇਟ ਵੀ ਖਰਾਬ ਰਹਿੰਦਾ ਸੀ। ਉਹਨਾਂ ਨੂੰ ਲੂਜ਼ ਮੋਸ਼ਨ ਹੋ ਗਏ ਸਨ। ਸਿਸਟਰ ਨੇ ਵਿਸ਼ਵਾਸ ਦੇ ਨਾਲ ਪ੍ਰੇਅਰ ਲਾਈਨ ਨੰਬਰ 'ਤੇ ਕਾਲ ਕਰਕੇ ਪ੍ਰੇਅਰ ਕਰਵਾਈ। ਸਿਸਟਰ ਦੱਸਦੇ ਨੇ ਕਿ ਪ੍ਰੇਅਰ ਤੋਂ ਬਾਅਦ ਉਹਨਾਂ ਦਾ ਬੇਟਾ ਬਿਲਕੁਲ ਠੀਕ ਹੋ ਗਿਆ, ਸਾਰੀ ਇਨਫੈਕਸ਼ਨ ਉਹਨਾਂ ਦੀ ਪੇਟ 'ਚੋਂ ਚਲੀ ਗਈ ਔਰ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਮਲਕੀਤ ਕੌਰ ਦੀ ਆ, ਜੋ ਕਿ 53 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਸਿਸਟਰ ਨੂੰ 26 ਸਾਲ ਤੋਂ ਦੁਸ਼ਟ ਆਤਮਾ ਦੀ ਪ੍ਰੋਬਲਮ ਸੀ, ਜਿਹਦੇ ਕਰਕੇ ਉਹਨਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਖੇਡ ਆਉਂਦੀ ਸੀ। ਔਰ ਸਿਸਟਰ ਦੱਸਦੇ ਨੇ ਕਿ ਦੁਸ਼ਟ ਉਹਨਾਂ ਦੇ ਨਾਲ ਸੁਪਨੇ ਦੇ ਵਿੱਚ ਗਲਤ ਰਿਲੇਸ਼ਨ ਬਣਾਉਂਦਾ ਸੀ। ਬਹੁਤ ਜਗ੍ਹਾ 'ਤੇ ਉਹ ਜਾ ਕੇ ਆਏ ਪਰ ਉਹਨਾਂ ਨੂੰ ਕਿਸੇ ਵੀ ਜਗ੍ਹਾ ਤੋਂ ਕੋਈ ਫਰਕ ਨਹੀਂ ਪਿਆ। ਸਿਸਟਰ ਨੇ ਜਦੋਂ ਵਰਤ ਰੱਖ ਕੇ ਖਾਸ ਤੌਰ 'ਤੇ ਆਪਣੀ ਇਸ ਪ੍ਰੋਬਲਮ ਦੇ ਲਈ ਦੁਆ ਕੀਤੀ। ਸਿਸਟਰ ਦੱਸਦੇ ਨੇ ਕਿ ਫਾਸਟਿੰਗ ਪ੍ਰੇਅਰ ਦੇ ਵਿੱਚ ਉਹਨਾਂ ਨੇ ਦੁਸ਼ਟ ਆਤਮਾ ਦੇ ਬੰਧਨ ਤੋਂ ਬਿਲਕੁਲ ਛੁਟਕਾਰਾ ਪਾਇਆ। ਨੈਕਸਟ ਸਿਸਟਰ ਦੱਸਦੇ ਨੇ ਕਿ ਜਿਸ ਦਿਨ ਉਹਨਾਂ ਨੇ ਫਸਟ ਵਰਤ ਰੱਖਿਆ, ਉਸ ਦਿਨ ਉਹਨਾਂ ਦੇ ਖੱਬੇ ਪੈਰ ਦੀਆਂ ਉਂਗਲਾਂ ਵਿੱਚ ਬਹੁਤ ਬੁਰੇ ਤਰੀਕੇ ਨਾਲ ਵੱਟ ਚੜ੍ਹਦਾ ਸੀ। ਉਹ ਕਹਿੰਦੇ ਕਿ ਇੰਨਾ ਜ਼ਿਆਦਾ ਦਰਦ ਹੋ ਰਿਹਾ ਸੀ ਕਿ ਜਿੱਦਾਂ ਉਹਨਾਂ ਦੇ ਪੈਰ ਦੀਆਂ ਉਂਗਲਾਂ ਟੁੱਟ ਗਈਆਂ ਹੋਣ ਔਰ ਉਹਨਾਂ ਦੇ ਲੱਤ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਔਰ ਸਿਸਟਰ ਨੇ ਮਸਾ ਕੀਤਾ ਹੋਇਆ ਤੇਲ ਲਗਾਇਆ ਔਰ ਪ੍ਰਾਰਥਨਾ ਕੀਤੀ। ਸਿਸਟਰ ਦੱਸਦੇ ਨੇ ਕਿ ਉਸੇ ਘੜੀ ਉਹਨਾਂ ਦਾ ਪੈਰ ਬਿਲਕੁਲ ਠੀਕ ਹੋ ਗਿਆ। ਨੈਕਸਟ ਗਵਾਹੀ ਸਿਸਟਰ ਦੱਸਦੇ ਨੇ ਕਿ ਉਹਨਾਂ ਦਾ ਬੇਟਾ ਕੈਨੇਡਾ ਦੇ ਵਿੱਚ ਗਿਆ ਹੋਇਆ, ਜਿਸ ਦੇ ਕਰਕੇ ਉਹਨਾਂ ਨੂੰ ਕੰਮ ਨਹੀਂ ਸੀ ਮਿਲ ਰਿਹਾ। ਉੱਥੇ ਗਏ ਕਾਫੀ ਸਮਾਂ ਹੋ ਗਿਆ ਸੀ, ਕੰਮ ਨਹੀਂ ਮਿਲਣ ਕਰਕੇ ਬੇਟਾ ਕਾਫੀ ਪਰੇਸ਼ਾਨ ਸੀ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਆਪਣੇ ਬੇਟੇ ਲਈ ਦੁਆ ਕੀਤੀ ਔਰ ਉਹਨਾਂ ਨੂੰ ਉਸ ਜਗ੍ਹਾ 'ਤੇ ਕੰਮ ਮਿਲ ਗਿਆ। ਨੈਕਸਟ ਗਵਾਹੀ ਹੈ ਸਿਸਟਰ ਦੱਸਦੇ ਨੇ ਕਿ ਖੱਬੇ ਜੁਆੜੇ ਦੇ ਵਿੱਚ ਅਤੇ ਦੰਦਾਂ ਦੇ ਵਿੱਚ 6 ਮਹੀਨਿਆਂ ਤੋਂ ਉਹਨਾਂ ਦੇ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਕਾਫੀ ਡਾਕਟਰਸ ਕੋਲ ਗਏ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਲੱਗਾ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਆਪਣੇ ਦੰਦਾਂ ਵਿੱਚ ਆਇਲ ਲਗਾਇਆ ਤੇ ਦੁਆ ਕੀਤੀ ਔਰ ਉਹਨਾਂ ਨੇ ਸਾਰੀ ਦਰਦ ਤੋਂ ਬਿਲਕੁਲ ਛੁਟਕਾਰਾ ਪਾਇਆ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਹਸਬੈਂਡ ਪਹਿਲਾਂ ਪ੍ਰੇਅਰ ਕਰਨ ਤੋਂ ਮਨਾ ਕਰਦੇ ਸਨ ਔਰ ਉਹ ਸੋਚਦੇ ਸਨ ਕਿ ਮਸੀਹ ਲੋਕ ਵੱਡੇ ਪ੍ਰਚਾਰ ਕਰਕੇ, ਵੱਡੀਆਂ ਚਰਚਾਂ ਲਗਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ ਅਤੇ ਸਾਡੇ ਧਰਮ ਨੂੰ ਬਦਲਦੇ ਨੇ। ਪਰ ਸਿਸਟਰ ਦੱਸਦੇ ਨੇ ਕਿ ਵਰਤ ਦੇ ਸਮੇਂ ਵਿੱਚ ਖਾਸ ਤੌਰ 'ਤੇ ਸਿਸਟਰ ਨੇ ਆਪਣੇ ਹਸਬੈਂਡ ਦੇ ਲਈ ਜਦ ਦੁਆ ਕੀਤੀ, ਉਹਨਾਂ ਦਾ ਮਨ ਬਦਲ ਗਿਆ ਅਤੇ ਹੁਣ ਉਹਨਾਂ ਨੂੰ ਪ੍ਰੇਅਰ ਕਰਨ ਤੋਂ ਮਨਾ ਨਹੀਂ ਕਰਦੇ ਹਨ। ਔਰ ਲਾਸਟ ਗਵਾਹੀ ਸਿਸਟਰ ਦੀ ਆ। ਸਿਸਟਰ ਦੱਸਦੇ ਨੇ ਕਿ ਉਹਨਾਂ ਦੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਰੇਸ਼ਾ ਰਹਿੰਦਾ ਸੀ ਔਰ ਕਾਫੀ ਲੰਬੇ ਸਮੇਂ ਤੋਂ ਰੇਸ਼ਾ ਸੀ। ਕਾਫੀ ਲੰਬਾ ਸਮਾਂ ਹੋ ਗਿਆ ਸੀ ਉਹਨਾਂ ਨੂੰ ਦਵਾਈ ਖਾਂਦੇ ਹੋਏ। ਜਿੰਨਾ ਟਾਈਮ ਉਹ ਮੈਡੀਸਨ ਲੈਂਦੇ ਸਨ ਠੀਕ ਹੋ ਜਾਂਦੇ ਸਨ, ਜਿਸ ਦਿਨ ਵੀ ਮੈਡੀਸਨ ਛੱਡ ਦਿੰਦੇ ਸਨ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਸੀ। ਸਿਸਟਰ ਦੱਸਦੇ ਨੇ ਕਿ ਉਹਨਾਂ ਨੇ ਵਰਤ ਦੇ ਸਮੇਂ ਦੇ ਵਿੱਚ ਦੁਆ ਕੀਤੀ ਔਰ ਆਪਣਾ ਟੈਸਟ ਕਰਵਾਇਆ ਤਾਂ ਉਹਨਾਂ ਦੀਆਂ ਸਾਰੀਆਂ ਰਿਪੋਰਟਸ ਬਿਲਕੁਲ ਨਾਰਮਲ ਹਨ। ਔਰ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਰ ਦਾ ਮਿਲ ਕੇ ਦਿਲ ਤੋਂ ਧੰਨਵਾਦ ਕਰਦੇ ਹਾਂ। ਹਰ ਇੱਕ ਇਨਸਾਨ ਦੀ ਤਲਾਸ਼ ਆ ਕਿ ਮੈਂ ਪਰਮੇਸ਼ਰ ਨੂੰ ਪਾਉਣਾ ਆ, ਮੈਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਆ। ਜਦੋਂ ਵੀ ਮੈਂ ਪੁਕਾਰਾਂ ਤਾਂ ਪ੍ਰਭੂ ਮੇਰੀ ਸੁਣ ਲਵੇ। ਤਾਂ ਮੈਂ ਪਰਮੇਸ਼ਰ ਨੂੰ ਦੇਖਣਾ ਚਾਹੁੰਦਾ, ਮਿਲਣਾ ਚਾਹੁੰਦਾ, ਲੱਭਣਾ ਚਾਹੁੰਦਾ ਕਿ ਪਰਮੇਸ਼ਰ ਮੈਨੂੰ ਮਿਲੇਗਾ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ ਯਰਮੀਆ 29 ਉਹਦੀ 13 ਔਰ 14 ਨੰਬਰ ਆਇਤ ਨੂੰ। ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਮੈਂ ਤੁਹਾਨੂੰ ਲੱਭਾਂਗਾ। ਯਹੋਵਾ ਦਾ ਵਾਕ ਹੈ, ਮੈਂ ਤੁਹਾਡੀ ਗੁਲਾਮੀ ਨੂੰ ਮੁਕਾ ਦਿਆਂਗਾ,
मैं तुहानू सारियां कौमां विचों अते सारियां थां विचों जिथे मैं तुहानू हक दिता सी इकट्ठिया करांगा। यहोवा दा वाक है, मैं तुहानू इस थां नू मोड़ लियावांगा जिथों मैं तुहानू गुलाम करवाया सी। हालेलुया। परमेश्वर दा वचन सानू की दसदा, साडी जो तलाश है ना कि असी परमेश्वर नू लभना आ, असी परमेश्वर नू पाउणा आ, असी परमेश्वर नू वेखना आ, तां परमेश्वर ने उहदा उत्तर दिता कि लभो तां मैं तुहानू लभ पावांगा। वो वचन जिहड़ा सी पहला भी जाणिया सी कि मंगो तां दिता जाएगा, लभो तां लभ पवेगा, खटखटाओ तां तुहाडे लई खोलिया जावेगा। ਉਹੀ वचन सेम इस गल नू सानू कन्फर्म करदा आ। ਅਸੀਂ ਉਦੋਂ ਵੀ ਕਿਹਾ ਸੀ ਕਿ ਲੱਭਣਾ ਕਿਹਨੂੰ ਆ? ਪਰਮੇਸ਼ਰ ਦੇ ਰਾਜ ਨੂੰ, ਪਰਮੇਸ਼ਰ ਨੂੰ ਲੱਭਣਾ ਆ। ਅਸੀਂ ਸੰਸਾਰ ਦੇ ਵਿੱਚ ਕੁਝ ਗਵਾਚਿਆ ਨਹੀਂ ਹੈਗਾ ਜਿਹਨੂੰ ਅਸੀਂ ਲੱਭਣਾ, ਪਰ ਹਾਂ ਸੰਸਾਰ ਦੇ ਵਿੱਚ ਸਾਡਾ ਪ੍ਰਭੂ ਜ਼ਰੂਰ ਗਵਾ ਦਿੱਤਾ। ਅਸੀਂ ਲੋਕਾਂ ਨੂੰ ਲੱਭ ਲਿਆ, ਪੈਸੇ ਨੂੰ ਲੱਭ ਲਿਆ, ਨੌਕਰੀਆਂ ਨੂੰ ਲੱਭ ਲਿਆ, ਆਇਲਸ ਲੱਭ ਲਈ, ਸੌਖਾ ਤਰੀਕਾ ਬਾਹਰ ਨਿਕਲਣ ਦਾ, ਪਾਸਪੋਰਟਸ ਬਣਾ ਲਏ, ਏਅਰਪੋਰਟ ਬਣਾ ਲਏ, ਪਾਇਲਟ ਬਣਾ ਲਏ, ਪਲੇਨ ਬਣਾ ਲਏ, ਸਭ ਕੁਛ ਲੱਭ ਲਿਆ ਅਸੀਂ, ਪਰ ਅਸੀਂ ਇਸ ਭੱਜ ਦੌੜ ਦੇ ਵਿੱਚ ਪਰਮੇਸ਼ਰ ਗਵਾ ਲਿਆ। परमेश्वर साडे इधर उधर फिरदा लुकन मिची खेडन दे वांग कि जिद्दां अखां ते पट्टी बन्नी हुंदी ना, साडे असीं निक्के हुंदे गेम खेडदे हुंदे सी, अखां ते पट्टी बन के सामने वाला इधर उधर सानू देखदा सीगा कि मैं इत्थे हाँ, मैं इत्थे, असीं उहनूं लभदे सी। उदां ही असीं संसार रूपी पट्टी अपने अखां ते बन लई आ ते परमेश्वर सानू कहंदा कि देख मैं तेरे सामने ही हाँ, पर सानू दिसदा नहीं। हो क्यों नहीं दिखदा? क्योंकि जिहड़ी असीं अपने अखां दे उत्ते पट्टी बन लई आ ना, वो सानू वेखण नहीं दिंदी कुछ। ਉਹ ਪੱਟੀ ਦੇ ਵਿੱਚ ਦੀ ਦੁਨੀਆ ਅਸੀਂ ਦੇਖ ਰਹੇ, ਉਹਦੇ ਪੱਟੀ ਦੇ ਵਿੱਚ ਸਾਨੂੰ ਦਿਖਾਇਆ ਜਾ ਰਿਹਾ ਅਸੀਂ ਜਹਾਜ਼ੇ ਚੜ੍ਹ ਰਹੇ ਹਾਂ, ਅਸੀਂ ਸੁਪਨੇ ਦੇਖਦੇ ਹਾਂ, ਅਸੀਂ ਜੌਬ ਕਰ ਰਹੇ ਹਾਂ, ਅਸੀਂ ਕੀ ਕਰ ਰਹੇ ਹਾਂ? ਸੰਸਾਰ ਨੂੰ ਪ੍ਰਾਪਤ ਕਰ ਰਹੇ ਹਾਂ। ਮੈਂ ਦੁਨੀਆ ਦਾ ਰਾਜਾ ਬਣ ਗਿਆ, ਮੈਨੂੰ ਸੁਪਨਾ ਆਇਆ। ਕਦੇ ਸਾਨੂੰ ਇਹ ਸੁਪਨਾ ਆਇਆ ਕਿ ਪਰਮੇਸ਼ਰ ਮੇਰੇ ਸਾਹਮਣੇ ਬੈਠਾ ਮੇਰੇ ਨਾਲ ਗੱਲ ਕਰ ਰਿਹਾ? ਕਦੇ ਸਾਨੂੰ ਇਹ ਸੁਪਨਾ ਆਇਆ ਕਿ ਮੈਂ ਸੁਪਨੇ ਦੇ ਵਿੱਚ ਦੁਆ ਕਰ ਰਿਹਾ? ਇੱਦਾਂ ਦਾ ਸੁਪਨਾ ਕਿਸੇ ਨੇ ਨਹੀਂ ਕਦੇ ਦੱਸਿਆ। ਸਾਰੇ ਇੱਦਾਂ ਕਹਿਣਗੇ ਸਿਸਟਰ ਮੈਨੂੰ ਸੁਪਨਾ ਆਇਆ, ਮੈਂ ਲੱਡੂ ਵੰਡ ਰਿਹਾ ਸੀ, ਸਿਸਟਰ ਮੈਨੂੰ ਸੁਪਨਾ ਆਇਆ, ਇੱਦਾਂ ਸੁਪਨੇ ਆਏ। ਇਹਦਾ ਕੀ ਮਤਲਬ ਹੈ? ਸਾਨੂੰ ਸੁਪਨਿਆਂ ਦਾ ਮਤਲਬ ਸਮਝਾਓ। ਬਹੁਤ ਥੋੜ੍ਹੇ, ਇੱਕ ਸਿਸਟਰ ਆ ਲੁਧਿਆਣਾ ਤੋਂ, ਉਹ ਜ਼ਰੂਰ ਬੜੇ ਵਾਰੀ ਦੱਸਦੇ ਕਿ ਮੈਨੂੰ ਸੁਪਨੇ ਵਿੱਚ ਚਾਨਣ ਹੋਇਆ, ਪਰਮੇਸ਼ਰ ਦਿਖੇ, ਸਿਸਟਰ ਮੈਨੂੰ ਵਾਈਟ ਰੌਸ਼ਨੀ ਦਿਖੀ। ਨਹੀਂ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਵੀ ਸੁਪਨੇ ਵਿੱਚ ਸਾਨੂੰ ਪਰਮੇਸ਼ਰ ਦਾ ਦਰਸ਼ਨ ਹੋਇਆ, ਪ੍ਰਭੂ ਦਾ ਸਰੂਪ ਆਇਆ ਅੱਖਾਂ ਸਾਹਮਣੇ। ਕਿਉਂ ਨਹੀਂ ਆਇਆ? ਕਿਉਂਕਿ ਸਾਡੀ ਤਲਾਸ਼ ਹੀ ਹੈ ਨਹੀਂ ਪਰਮੇਸ਼ਰ ਦੀ। ਸਾਡੇ ਸੁਪਨੇ ਕੀ ਆ? ਸੰਸਾਰ ਨੂੰ ਪ੍ਰਾਪਤ ਕਰਨ ਦੇ, ਵੀਜ਼ਾ ਪ੍ਰਾਪਤ ਕਰਨ ਦੇ, ਜਹਾਜ਼ੇ ਚੜ੍ਹਨ ਦੇ ਸੁਪਨੇ ਅੱਜ ਕੱਲ੍ਹ ਹਰ ਇੱਕ ਦੇ ਆ, ਹਰ ਇੱਕ ਦੇ ਸੁਪਨੇ। ਇੱਕ ਲੇਡੀ ਸੀਮ ਦਾ ਮੈਨੂੰ ਫੋਨ ਆਇਆ, ਕਹਿ ਰਹੇ 15-16 ਸਾਲ ਦੇ ਉਹਦੇ 2 ਬੱਚੇ ਨੇ, ਔਰ ਉਹ ਕਹਿ ਰਹੀ ਸਿਸਟਰ ਦੁਆ ਕਰੋ ਕਿ ਮੇਰਾ ਬਾਹਰ ਦਾ ਵੀਜ਼ਾ ਲੱਗ ਜੇ। ਆਪਣੇ ਬੱਚੇ ਇੱਥੇ ਛੱਡ ਕੇ ਜਾਣੇ, ਉਹਨੇ ਆਪਣਾ ਪਰਿਵਾਰ ਛੱਡ ਕੇ ਜਾਣਾ, ਬਾਹਰ ਦੇ ਲਈ ਜਾਣਾ, ਪਰ ਜਾਨ ਵੀਜ਼ਾ ਲੱਗ ਜੇ ਸਾਡਾ। ਸਾਡੀ ਤਲਾਸ਼ ਦੇਖੋ ਕੀ ਆ। ਇਸ ਉਮਰ ਦੇ ਵਿੱਚ ਸਾਨੂੰ ਆਪਣੇ ਪਰਿਵਾਰ ਨਾਲੋਂ ਵੱਧ ਕੇ ਬਾਹਰ ਦਾ ਜ਼ਰੂਰੀ, ਚਲੋ ਪਰਮੇਸ਼ਰ ਮਾफ़ ਕਰੇ, ਹੋ ਸਕਦਾ ਉਹਨਾਂ ਦੀਆਂ ਜ਼ਰੂਰਤਾਂ ਹੋਣ, ਪਰ ਅਸੀਂ ਤਲਾਸ਼ ਦੀ ਗੱਲ ਕਰ ਰਹੇ ਕਿ ਸਾਡੀ ਭਟਕਣ ਕਿੱਦਾਂ ਦੀ ਆ। ਸਾਡੀ ਤਲਾਸ਼ ਪਹਿਲੀ ਗੱਲ ਤਾਂ ਪਰਮੇਸ਼ਰ ਦੀ ਹੈ ਹੀ ਨਹੀਂ। ਬਹੁਤੇ ਥੋੜ੍ਹੇ ਹੋਣਗੇ ਇਸ ਦੇ ਵਚਨ ਨੂੰ ਦੇ ਕੇ ਖੁਸ਼ ਹੋਏ ਹੋਣਗੇ ਵੀ ਹਾਂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਸੁਣੀਏ ਬਈ ਕਿੱਦਾਂ ਪ੍ਰਾਪਤ ਕੀਤਾ ਜਾਂਦਾ। ਇੱਥੇ ਲਿਖਿਆ ਹੁੰਦਾ ਧਨ ਪ੍ਰਾਪਤ ਕਰਨ ਦੇ ਲਈ ਦੁਆ। ਮੈਂ ਕਹਿੰਦੀ ਸੁਬਾਹ ਜਦ ਤੱਕ ਮੈਂ ਉੱਠਣਾ ਸੀ ਨਾ ਪ੍ਰਾਰਥਨਾ ਪਾ ਕੇ, ਸੁਬਾਹ ਮੈਂ ਲੇਟ ਉੱਠਦੀ ਹਾਂ, ਪ੍ਰਾਰਥਨਾ ਮੈਂ ਸੁਬਾਹ ਜਲਦੀ ਪਾ ਦਿੰਦੀ ਹਾਂ, ਤਾਂ ਉਦੋਂ ਤੱਕ 1000-1200 ਜਣਿਆਂ ਨੇ ਆਰਾਮ ਨਾਲ ਵੇਖ ਲਿਆ ਕਰਨੀ ਸੀ ਕਿ ਧਨ ਪ੍ਰਾਪਤੀ ਦੀ ਦੁਆ। ਅੱਜ ਦੀ ਪ੍ਰਾਰਥਨਾ ਦੇਖੋ ਕਿੰਨੇ ਜਣੇ ਦੇਖਦੇ ਆ। ਤਾਂ ਪਰਮੇਸ਼ਰ ਦੀ ਭਾਲ ਕਰਨ ਵਾਲੇ ਜਿਹੜੇ ਚਾਹੁੰਦੇ ਨੇ ਵੀ ਅਸੀਂ ਪ੍ਰਭੂ ਨੂੰ ਭਾਲਣਾ ਆ, ਪਰਮੇਸ਼ਰ ਕਹਿੰਦਾ ਮੈਂ ਲੱਭਾਂਗਾ ਤੁਹਾਨੂੰ। ਸਾਡੇ ਸਵਾਲ ਦਾ ਜਵਾਬ, ਕੀ ਪਰਮੇਸ਼ਰ ਸਾਨੂੰ ਮਿਲ ਸਕਦਾ ਆ? ਜੀ ਹਾਂ, ਪਰਮੇਸ਼ਰ ਸਾਨੂੰ ਮਿਲ ਸਕਦਾ ਆ। ਕੀ ਅਸੀਂ ਪ੍ਰਭੂ ਨੂੰ ਲੱਭ ਸਕਦੇ ਹਾਂ? ਜ਼ਰੂਰ ਲੱਭ ਸਕਦੇ ਹਾਂ। ਜਿਹੜੇ ਤਾਂ ਇਹ ਕਹਿੰਦੇ ਆ ਕਿ ਅਸੀਂ ਪਰਮੇਸ਼ਰ ਨੂੰ ਲੱਭਣਾ ਆ, ਉਹ ਅੱਜ ਇਸ ਵਚਨ ਨੂੰ ਖੋਲ੍ਹ ਕੇ ਬੈਠੇ ਆ, ਅੱਜ ਉਹ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ। ਇਹਦਾ ਮਤਲਬ ਕਿ ਸੱਚਮੁੱਚ ਉਹਨਾਂ ਤੋਂ ਪਰਮੇਸ਼ਰ ਗੁਆਚਿਆ ਹੋਇਆ ਆ। ਸੱਚਮੁੱਚ ਅੱਜ ਅਸੀਂ ਆਪਣੇ ਅੰਦਰੋਂ ਇਸ ਸਵਾਲ ਨੂੰ ਸੁਣ ਕੇ ਕਈ ਖੁਸ਼ ਹੋਏ ਹੋਣਗੇ, ਮੈਂ ਦੇਖਾਂ ਕਿੱਦਾਂ ਲੱਭਾਂ ਮੈਂ ਆਪਣੇ ਪਰਮੇਸ਼ਰ ਨੂੰ। ਜਿਨ੍ਹਾਂ ਦਾ ਪਰਮੇਸ਼ਰ ਗਵਾਚਿਆ ਹੋਇਆ ਨਾ, ਉਹ ਲੱਭਣ ਆਏ ਨੇ ਅੱਜ। ਅਰ ਜਿਹੜੇ ਇਸ ਚਾਹ ਦੇ ਨਾਲ ਆਏ, ਚਲੋ ਮੈਨੂੰ ਤਾਂ ਨਹੀਂ ਪਤਾ ਕਿਹੜੇ ਨੇ ਖੁਸ਼ੀ ਨਾਲ ਇਹਨੂੰ ਖੋਲ੍ਹਿਆ ਕਿ ਹਾਂ ਮੈਂ ਵੀ ਪਰਮੇਸ਼ਰ ਨੂੰ ਲੱਭਣ ਆਇਆ, ਮੈਂ ਵੀ ਸੁਣਾ ਇਹਨੂੰ, ਪਰ ਇਹਦਾ ਮਤਲਬ ਕਿ ਸੱਚਾਈ ਆ ਕਿ ਉਹਨਾਂ ਨੇ ਸੱਚਮੁੱਚ ਗਵਾ ਲਿਆ ਪਰਮੇਸ਼ਰ ਨੂੰ। ਮੈਂ ਕਦੇ ਨਹੀਂ ਕਿਸੇ ਨੂੰ ਪੁੱਛਿਆ ਪਰਮੇਸ਼ਰ ਕਿੱਦਾਂ ਲੱਭਣਾ ਆ, ਕਿਉਂਕਿ ਮੈਂ ਆਪਣੇ ਪਰਮੇਸ਼ਰ ਨੂੰ ਗਵਾਇਆ ਨਹੀਂ ਆ। ਮੈਨੂੰ ਵਿਸ਼ਵਾਸ ਆ ਮੇਰੇ ਅੰਦਰ ਆ, ਪਰ ਜਿਨ੍ਹਾਂ ਨੇ ਖੁਸ਼ੀ ਦੇ ਨਾਲ ਇਹਨੂੰ ਖੋਲ੍ਹਿਆ ਕਿ ਹਾਂ ਮੈਂ ਲੱਭਣਾ ਪਰਮੇਸ਼ਰ ਨੂੰ, ਮਤਲਬ ਸੱਚਮੁੱਚ ਅਸੀਂ ਗਵਾਈ ਬੈਠੇ ਹਾਂ, ਕਿਉਂਕਿ ਲੱਭਿਆ ਉਹੀ ਜਾਂਦਾ ਜਿਹੜਾ ਗਵਾਚਿਆ ਹੋਵੇ। ਇਹਦਾ ਮਤਲਬ ਅਸੀਂ ਗਵਾਈ ਬੈਠੇ ਹਾਂ ਸੱਚਮੁੱਚ ਪਰਮੇਸ਼ਰ ਨੂੰ, ਤਾਂ ਹੀ ਸਾਨੂੰ ਲੱਭਣ ਦੀ ਲੋੜ ਪੈ ਰਹੀ ਆ।
ਕਹਿੰਦਾ ਜਦੋਂ ਤੂੰ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੇਗਾ ਮੈਂ ਲੱਭ ਪਾਵਾਂਗਾ। ਠੀਕ ਆ, ਸਾਡੇ ਤੋਂ ਗਲਤੀ ਹੋ ਗਈ ਆ, ਅਸੀਂ ਸੰਸਾਰ ਦੇ ਵਿੱਚ ਪਰਮੇਸ਼ਰ ਨੂੰ ਗਵਾ ਲਿਆ ਆ, ਪਰ ਪ੍ਰਭੂ ਕਹਿੰਦਾ ਮੈਂ ਤੈਨੂੰ ਲੱਭ ਪਾਵਾਂਗਾ। ਔਰ ਨਾਲ ਨਾਲ ਉਹਨੇ ਇੱਕ ਪ੍ਰੋਮਿਸ ਵੀ ਕੀਤਾ ਕਿ ਜਦੋਂ ਮੈਂ ਤੈਨੂੰ ਲੱਭ ਪਾਵਾਂਗਾ ਨਾ, ਦੇਖੋ ਅਸੀਂ ਆਪਣੀ ਅਨਮੋਲ ਚੀਜ਼ ਗਵਾ ਦਿੱਤੀ। ਅਗਰ ਇੱਕ ਬੱਚਾ ਸਾਡੇ ਤੋਂ ਗੁੰਮ ਹੋ ਜਾਏ, ਅਸੀਂ ਉਹਨੂੰ ਲੱਭਦੇ ਤੇ ਬੱਚਾ ਨਾਰਾਜ਼ਗੀ ਦਿਖਾਉਂਦਾ ਹੈ ਕਿ ਤੁਸੀਂ ਮੈਨੂੰ ਕਿੱਦਾਂ ਗੁਮਾ ਦਿੱਤਾ, ਤਾਂ ਪਰਮੇਸ਼ਰ ਨਾਰਾਜ਼ਗੀ ਨਹੀਂ ਦਿਖਾਏਗਾ, ਪਰ ਪਰਮੇਸ਼ਰ ਸਾਨੂੰ ਅਲੱਗ ਤੋਂ ਤੋਹਫਾ ਦੇਣ ਦੀ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਮੈਨੂੰ ਲੱਭ ਲਓਗੇ ਨਾ, ਤਾਂ ਮੈਂ ਤੁਹਾਡੀ ਗੁਲਾਮੀ ਨੂੰ ਮੁਕਾ ਦਿਆਂਗਾ। ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਵਿੱਚੋਂ ਕੱਢ ਕੇ, ਸਾਰੀਆਂ ਸੁੱਕੀਆਂ ਥਾਵਾਂ ਵਿੱਚੋਂ ਦੀ ਕੱਢ ਕੇ ਮੈਂ ਤੁਹਾਨੂੰ ਹਰਿਆਲੀ ਵਿੱਚ ਲੈ ਜਾਵਾਂਗਾ। ਮੈਂ ਤੁਹਾਨੂੰ ਉੱਥੇ ਇਕੱਠਾ ਕਰਾਂਗਾ ਜਿਹੜੀ ਵਾਅਦੇ ਦੀ ਧਰਤੀ ਮੈਂ ਤੁਹਾਡੇ ਲਈ ਬਣਾਈ ਆ। ਮੈਂ ਤੁਹਾਨੂੰ ਗੁਲਾਮੀ ਦੇ ਵਿੱਚੋਂ ਕੱਢ ਕੇ ਆਜ਼ਾਦ ਕਰ ਦਾਂਗਾ। ਕਿੰਨਾ ਮਹਾਨ ਪਰਮੇਸ਼ਰ ਆ ਉਹ। ਜਿਨ੍ਹਾਂ ਨੇ ਗਵਾ ਲਿਆ ਪਰਮੇਸ਼ਰ, ਉਹਨਾਂ ਨੂੰ ਪ੍ਰਭੂ ਕਹਿ ਰਿਹਾ ਆ ਕਿ ਮੈਨੂੰ ਲੱਭ ਲਓ ਤੇ ਮੈਂ ਤੁਹਾਨੂੰ ਹੋਰ ਵੱਧ ਕੇ ਚੀਜ਼ਾਂ ਦੇਵਾਂਗਾ। ਦੇਖੋ ਕਿ ਇਸ ਤੋਂ ਚੰਗਾ ਪਰਮੇਸ਼ਰ ਸਾਨੂੰ ਹੋ ਸਕਦਾ ਕਦੇ? ਇਸ ਧਰਤੀ ਤੇ ਕੋਈ ਇਸ ਤੋਂ ਚੰਗਾ ਹੋ ਸਕਦਾ ਆ ਜਿਹਨੂੰ ਅਸੀਂ ਆਪ ਗਵਾ ਦਈਏ ਤੇ ਉਹ ਬੰਦਾ ਕਵੇ ਵੀ ਮੈਨੂੰ ਲੱਭ ਲਾ ਤੇ ਮੈਂ ਬਦਲੇ 'ਚ ਤੈਨੂੰ ਤੋਹਫਾ ਦੇਵਾਂਗਾ, ਬਲਕਿ ਸਾਰੇ ਸਾਡੇ ਸਿਰ ਜੁੱਤੀਆਂ ਹੀ ਮਾਰਨਗੇ। ਭਈ ਤੂੰ ਮੇਰੀ ਕੇਅਰ ਕਿਉਂ ਨਹੀਂ ਕੀਤੀ, ਤੂੰ ਮੈਨੂੰ ਕਿੱਦਾਂ ਗਵਾ ਦਿੱਤਾ, ਕੀ ਮੈਂ ਤੇਰੇ ਲਈ ਖਾਸ ਨਹੀਂ ਸੀ ਜੋ ਤੂੰ ਮੈਨੂੰ ਗਵਾ ਦਿੱਤਾ? ਪਰ ਪਰਮੇਸ਼ਰ ਪਿਆਰਾ ਆ, ਦਇਆ ਕਰਨ ਵਾਲਾ ਮਹਾਨ ਪਰਮੇਸ਼ਰ ਆ। ਉਹ ਸਾਨੂੰ ਫਿਰ ਵੀ ਗੁਨੇਗਾਰਾਂ ਨੂੰ ਕਹਿੰਦਾ ਕਿ ਹੇ ਗੁਨੇਗਾਰੋ, ਮੇਰੇ ਪਿਆਰੇ ਭੋਲਿਓ ਬੱਚਿਓ, ਮੈਨੂੰ ਲੱਭ ਲਓ ਤੇ ਮੈਂ ਤੁਹਾਨੂੰ ਆਜ਼ਾਦ ਹੀ ਕਰ ਦੇਵਾਂਗਾ। ਇਹ ਜੋ ਪਰੇਸ਼ਾਨੀਆਂ, ਚਿੰਤਾਵਾਂ, ਉਲਝਣਾਂ ਨੇ, ਪਰੇਸ਼ਾਨੀਆਂ ਨੇ ਜੋ ਅਸੀਂ ਕਹਿ ਦਿੰਦੇ ਕਿ ਕਿਉਂ ਨਹੀਂ ਹੱਲ ਹੁੰਦੀਆਂ ਸਿਸਟਰ, ਕਿਉਂ ਨਹੀਂ ਹੱਲ ਹੁੰਦੀਆਂ ਸਿਸਟਰ, ਕੋਲ ਇਹਦਾ ਇੱਕੋ ਜਵਾਬ ਆ ਕਿ ਤੁਸੀਂ ਪ੍ਰਭੂ ਨੂੰ ਗਵਾਈ ਬੈਠੇ ਆ। ਜਿਹਨੇ ਸਾਡੀ ਪ੍ਰੋਟੈਕਸ਼ਨ ਕਰਨੀ ਆ, ਅਸੀਂ ਉਹਨੂੰ ਹੀ ਗਵਾ ਲਿਆ। ਅਗਰ ਇੱਕ ਬੈਂਕ ਦੇ ਬਾਹਰ ਅਸੀਂ ਸਿਕਿਉਰਿਟੀ ਗਾਰਡ ਨਹੀਂ ਰੱਖਾਂਗੇ ਤਾਂ ਚੋਰ ਉਹਨੂੰ ਲੁੱਟੇਗਾ ਹੀ ਨਾ। ਤੇ ਉੱਥੇ ਸਿਕਿਉਰਿਟੀ ਗਾਰਡ ਰੱਖਣਾ ਕਿੰਨੇ ਆ? ਬੈਂਕ ਦੇ ਮਾਲਕ ਨੇ ਰੱਖਣਾ ਨਾ। ਜੇ ਬੈਂਕ ਦਾ ਮਾਲਕ ਆਪਣੀ ਬੈਂਕ ਦੇ ਬਾਹਰ ਸਿਕਿਉਰਿਟੀ ਗਾਰਡ ਨਹੀਂ ਰੱਖੇਗਾ ਤਾਂ ਚੋਰ ਤਾਂ ਆਏਗਾ ਨਾ ਚੋਰੀ ਕਰਨ। ਤੇ ਅਸੀਂ ਆਪਣੇ ਸਰੀਰ ਦੇ ਖਿਲਾਫ ਖੁਦ ਹੀ ਚੋਰਾਂ ਨੂੰ ਇਨਵਾਈਟ ਕੀਤਾ ਵੀ ਆਓ ਅਤੇ ਲੁੱਟ ਲਓ, ਅਸੀਂ ਖੁੱਲੀ ਤਿਜੋਰੀ ਆ, ਕਿਉਂਕਿ ਸਾਡਾ ਰਾਖਾ ਤਾਂ ਅਸੀਂ ਗਵਾ ਲਿਆ। ਸਾਡੀ ਰਾਖੀ ਕਰਨ ਵਾਲਾ ਪਰਮੇਸ਼ਰ ਜਿਹੜਾ ਹਰ ਪਲ ਸਾਨੂੰ ਵੇਖਦਾ, ਸਾਨੂੰ ਸੁਣਦਾ, ਸਾਡੀ ਮਦਦ ਕਰਦਾ, ਸਾਡੀ ਪ੍ਰੋਟੈਕਸ਼ਨ ਕਰਦਾ ਸੀ, ਉਹਨੂੰ ਤਾਂ ਅਸੀਂ ਗਵਾਈ ਬੈਠੇ ਆ। ਤਾਂ ਫਿਰ ਸ਼ੈਤਾਨ ਕਿਉਂ ਨਾ ਆਵੇ ਸਾਨੂੰ ਲੁੱਟਣ ਦੇ ਲਈ, ਕਿਉਂ ਨਾ ਆਵੇ ਸਾਨੂੰ ਪਰੇਸ਼ਾਨ ਕਰਨ ਦੇ ਲਈ? ਕਿੱਦਾਂ ਜਾਣ ਸਾਡੇ ਘਰਾਂ 'ਚੋਂ ਪ੍ਰੋਬਲਮਸ ਜਦੋਂ ਅਸੀਂ ਆਪਣੇ ਰਾਖੇ ਨੂੰ ਗਵਾ ਲਿਆ। ਕਿੰਨੀ ਖੁਸ਼ੀ ਦੇ ਨਾਲ ਅਸੀਂ ਇਸ ਪ੍ਰੇਰ ਨੂੰ ਖੋਲ੍ਹਿਆ ਕਿ ਅਸੀਂ ਲੱਭਣ ਆਏ ਹਾਂ, ਪਰ ਅਫਸੋਸ ਸਾਡੇ ਉੱਤੇ ਕਿ ਅਸੀਂ ਉਹਨੂੰ ਹੀ ਗਵਾ ਲਿਆ ਜਿਹੜਾ ਸਾਡਾ ਸਭ ਤੋਂ ਅਨਮੋਲ ਸੀ। ਗਵਾਈ ਬੈਠੇ ਹਾਂ ਅਸੀਂ ਉਹਨੂੰ। ਇਸ ਗੱਲ ਨੂੰ ਅਸੀਂ ਖੁਦ ਅੱਜ ਅਸੈਪਟ ਕਰ ਲਿਆ ਕਿ ਹਾਂ ਅਸੀਂ ਗਵਾਈ ਬੈਠੇ ਹਾਂ ਪਰਮੇਸ਼ਰ ਨੂੰ। ਅਸੀਂ ਤਾਂ ਹੀ ਇਸ ਵਚਨ ਨੂੰ ਸੁਣਨ ਲੱਗੇ ਵੀ ਕਿੱਦਾਂ ਲੱਭੀਏ। ਚਲੋ ਫਿਰ ਵੀ ਥੈਂਕਸ ਉਸ ਗੋਡ ਦਾ, ਫਿਰ ਵੀ ਧੰਨਵਾਦ ਆ ਤੁਹਾਡਾ ਕਿ ਜੋ ਤੁਹਾਡੇ ਮਨ 'ਚ ਹਜੇ ਵੀ ਇਸ ਗੱਲ ਦੀ ਆਸ ਤਾਂ ਹੈਗੀ ਆ ਕਿ ਚਲ ਮੈਂ ਲੱਭ ਲਵਾਂ, ਜੇ ਮੈਥੋਂ ਗਵਾਚਿਆ ਤਾਂ ਗਵਾਚ ਹੀ ਗਿਆ। ਤਾਂ ਕਿੰਨਾਂ ਨੂੰ ਲੱਭੇਗਾ ਪਰਮੇਸ਼ਰ? ਕੌਣ ਹੋਣਗੇ ਜੋ ਪਰਮੇਸ਼ਰ ਨੂੰ ਪਾ ਲੈਣਗੇ? ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ ਯਸ਼ਾਇਆ 64 ਉਹਦੀ 5 ਨੰਬਰ ਆਇਤ ਨੂੰ। ਤੂੰ ਉਹਨਾਂ ਦੀ ਮਦਦ ਦੇ ਲਈ ਆਉਂਦਾ ਹੈ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਹਨ, ਜੋ ਤੇਰੇ ਰਾਹਾਂ ਵਿੱਚ ਤੁਰਦੇ ਹੋਏ ਤੈਨੂੰ ਯਾਦ ਰੱਖਦੇ ਹਨ। ਵੇਖ ਤੂੰ ਕ੍ਰੋਧਵਾਨ ਹੋਇਆ ਕਿਉਂ ਜੋ ਅਸੀਂ ਤੇਰੇ ਵਿਰੁੱਧ ਪਾਪ ਕਰਦੇ ਰਹੇ, ਅਸੀਂ ਕਿਸ ਤਰ੍ਹਾਂ ਬਚਾਂਗੇ? ਹਾਲੇਲੂਇਆ। ਖੁਦਾ ਦਾ ਵਚਨ ਸਾਨੂੰ ਇਹ ਦੱਸਦਾ, ਕਹਿੰਦਾ ਪਰਮੇਸ਼ਰ ਕਿੰਨਾ ਕੋਲੇ ਆਉਂਦਾ ਆ, ਕਿੰਨਾ ਨੂੰ ਮਿਲਦਾ ਆ ਪਰਮੇਸ਼ਰ, ਕਿੰਨਾ ਦੀ ਮਦਦ ਕਰਦਾ। ਕਹਿੰਦਾ ਤੂੰ ਉਹਨਾਂ ਦੀ ਮਦਦ ਦੇ ਲਈ ਆਉਂਦਾ ਆ ਜੋ ਖੁਸ਼ੀ ਨਾਲ ਧਰਮ ਦੇ ਕੰਮ ਕਰਦੇ ਆ। ਕੌਣ ਲੱਭਣਗੇ ਪਰਮੇਸ਼ਰ ਨੂੰ? ਜਿਹੜੇ ਧਰਮ ਦੇ ਕੰਮ ਕਰਦੇ। ਔਰ ਕਿੱਦਾਂ? ਖੁਸ਼ੀ ਦੇ ਨਾਲ, ਮਨ ਮਾਰ ਕੇ ਨਹੀਂ, ਉਦਾਸੀ ਦੇ ਨਾਲ ਨਹੀਂ। ਇਸ ਲਈ ਨਹੀਂ ਕਿ ਮੇਰੇ ਘਰਦਿਆਂ ਨੇ ਕਿਹਾ ਵੀ ਕਰਨਾ ਪਏਗਾ, ਪਰ ਕਿੱਦਾਂ ਕਰਨਗੇ? ਖੁਸ਼ੀ ਦੇ ਨਾਲ। ਪਹਿਲਾ ਵਚਨ ਵੀ ਸਾਨੂੰ ਕੀ ਦੱਸਦਾ ਸੀ? ਕਿੰਨਾਂ ਨੂੰ ਲੱਭੇਗਾ ਪਰਮੇਸ਼ਰ? ਜਿਹੜਾ ਸਾਰੇ ਦਿਲ ਦੇ ਨਾਲ ਉਹਨੂੰ ਭਾਲੇਗਾ, ਸਾਰੇ ਦਿਲ ਦੇ ਨਾਲ। ਇਹ ਨਹੀਂ ਕਿ ਮੇਰਾ ਮਨ ਕਰਦਾ ਮੈਂ ਉਹਨੂੰ ਲੱਭਾਂ, ਪਰ ਕੀ ਮੇਰਾ ਸਾਰਾ ਮਨ ਕਰਦਾ। ਸਾਰਾ ਮਨ ਮਤਲਬ 100% ਫੋਕਸ ਪਰਮੇਸ਼ਰ ਤੇ। ਜਿਹੜੇ ਕਹਿੰਦੇ ਵੀ ਮੈਂ ਪਰਮੇਸ਼ਰ ਨੂੰ ਲੱਭਣਾ ਆ, ਇੱਕ ਵਾਰੀ ਕਹਿ ਕੇ ਇਹ ਗੱਲ ਨੂੰ ਛੱਡ ਦਿੰਦੇ, ਔਰ ਉਦੋਂ ਬਾਅਦ ਜਦੋਂ ਉੱਠ ਕੇ ਜਾਂਦੇ ਆ ਉਦੋਂ ਅਸੀਂ ਕੀ ਲੱਭਣ ਲੱਗ ਜਾਂਦੇ? ਸਾਡਾ ਪਾਸਪੋਰਟ ਕਿੱਥੇ ਆ? ਕੱਲ੍ਹ ਨੂੰ ਏਜੰਟ ਨੂੰ ਸਬਮਿਟ ਕਰਵਾਉਣਾ, ਮੈਂ ਕੱਲ੍ਹ ਮੇਰੀ ਅੰਬੈਸੀ 'ਚ ਵੀ ਤਾਰੀਖ ਮਿਲੀ ਹੋਈ ਆ ਮੈਨੂੰ, ਮੈਂ ਉੱਥੇ ਪਹੁੰਚਣਾ ਹੈ। ਕੀ ਲੱਭਦੇ ਪਏ ਅਸੀਂ? ਕਿੱਧਰ ਗਿਆ ਪਰਮੇਸ਼ਰ ਦਾ ਲੱਭਣਾ ਸਾਨੂੰ? ਸੰਸਾਰਿਕ ਚੀਜ਼ਾਂ ਜ਼ਰੂਰੀ ਨੇ, ਇਹ ਨਹੀਂ ਕਿ ਅਸੀਂ ਸੰਸਾਰ ਦੇ ਵਿੱਚ ਸਰਵਾਈਵ ਨਹੀਂ ਕਰਨਾ। ਹੁਣ ਇੱਕ ਸੰਸਾਰ 'ਚ ਅਸੀਂ ਆਏ ਹਾਂ, ਸਾਨੂੰ ਖਾਣੇ ਦੀ ਵੀ ਲੋੜ ਆ, ਕੱਪੜੇ ਦੀ ਵੀ ਲੋੜ ਆ, ਹਰ ਇੱਕ ਚੀਜ਼ ਦੀ ਲੋੜ ਆ। ਪਰ ਪਰਮੇਸ਼ਰ ਕਹਿੰਦਾ ਤੁਹਾਡੀ ਪਹਿਲੀ ਅਤੇ ਸਭ ਤੋਂ ਜ਼ਰੂਰੀ ਜ਼ਰੂਰਤ ਮੈਂ ਹੋਵਾਂ।
ਸਭ ਤੋਂ ਇੰਪੋਰਟੈਂਟ ਮੈਂ ਹੋਵਾਂ ਤੁਹਾਡੇ ਲਈ। ਤੁਹਾਨੂੰ ਬਾਕੀ ਚੀਜ਼ਾਂ ਮਿਲਣ ਚਾਹੇ ਨਾ ਮਿਲਣ, ਮੈਂ ਤੁਹਾਡੇ ਕੋਲ ਹੋਵਾਂ। ਦੁਨੀਆ ਦੀ ਸਭ ਤੋਂ ਅਨਮੋਲ ਚੀਜ਼ ਤੁਹਾਡੇ ਕੋਲੇ ਗਵਾਚ ਜਾਵੇ, ਪਰ ਸਵਰਗ ਦੀ ਸਭ ਤੋਂ ਅਨਮੋਲ ਚੀਜ਼ ਨੂੰ ਗਵਾ ਨਾ ਲਿਓ, ਕਿਉਂਕਿ ਇਹ ਸਾਡੀ ਸਵਰਗ ਦੀ ਟਿਕਟ ਆ, ਸਵਰਗ ਦਾ ਪਾਸ ਆ ਸਾਡੇ ਕੋਲੇ। ਇਸ ਪਾਸ ਤੋਂ ਬਿਨਾਂ ਸਵਰਗ 'ਚ ਐਂਟਰੀ ਨਹੀਂ ਮਿਲੇਗੀ। ਅਸੀਂ ਆਪਣੇ ਪਾਸਪੋਰਟ ਨੂੰ ਬੜੀ ਅਨਮੋਲ ਇੱਦਾਂ ਚੁਕਾ ਛਪਾ ਕੇ ਸੰਭਾਲ ਕੇ ਰੱਖਦੇ ਹਾਂ ਕਿ ਬੜੀ ਮੁਸ਼ਕਿਲ ਨਾ ਬਣਿਆ, ਇਹਦੇ ਸਿਰ 'ਤੇ ਹੀ ਜ਼ਿੰਦਗੀ ਹੈ, ਇਹਨੂੰ ਨਾ ਕੁਛ ਹੋ ਜਾਵੇ। ਪਰ ਅਸੀਂ ਸਵਰਗ ਦੀ ਟਿਕਟ ਗਵਾ ਲਈ ਆਪਣੀ। ਸਾਨੂੰ ਲੱਗਦਾ ਨਹੀਂ ਕਿ ਅਸੀਂ ਵੱਡਾ ਘਾਟਾ ਖਾਈ ਬੈਠੇ ਹਾਂ, ਕਿ ਅਸੀਂ ਸਵਰਗ ਰਾਜ ਹੀ ਗਵਾਈ ਬੈਠੇ ਹਾਂ ਆਪਣੇ ਹੱਥੋਂ। ਕਹਿੰਦਾ ਕਿਹਨੂੰ ਮਿਲੇਗਾ ਪਰਮੇਸ਼ਰ? ਜਿਹੜਾ ਸਾਰੇ ਦਿਲ ਦੇ ਨਾਲ, ਪੂਰੇ ਮਨ ਦੇ ਨਾਲ, ਪੂਰੀ ਖੁਸ਼ੀ ਦੇ ਨਾਲ ਧਰਮ ਦੇ ਕੰਮ ਕਰੇਗਾ। ਹੁਣ ਧਰਮ ਦੇ ਕੰਮ ਕਿਹੜੇ ਆ? ਕਿਹੜੇ ਕੰਮ ਆ ਜਿਹੜੇ ਧਰਮ ਦੇ ਕੰਮ ਆ? ਪਰਮੇਸ਼ਰ ਦੇ ਕੰਮ। ਪਰਮੇਸ਼ਰ ਦਾ ਕੰਮ ਕੀ ਆ? ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ, ਆਹ ਤਾਂ ਕੰਮ ਔਖਾ ਆ। ਨੈਕਸਟ ਦੱਸੋ। ਆਪਣੇ ਭਰਾ ਦੇ ਨਾਲ ਵੈਰ ਨਾ ਕਰੋ, ਇਹ ਵੀ ਕੰਮ ਔਖਾ ਆ। ਹੋਰ ਦੱਸੋ। ਜ਼ਰੂਰਤਮੰਦਾਂ ਦੀ ਹੈਲਪ ਕਰੋ, ਇਹ ਅਸੀਂ ਕਰ ਸਕਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਅਸੀਂ ਵੀਡੀਓ ਵੀ ਪਾਉਣੀ ਹੁੰਦੀ ਆ ਵੀ ਅਸੀਂ ਦਾਨ ਕਰ ਰਹੇ ਹਾਂ, ਅਸੀਂ ਅਖਬਾਰਾਂ 'ਚ ਖਬਰਾਂ ਵੀ ਲਵਾਉਣੀਆਂ ਹੁੰਦੀਆਂ ਵੀ ਅਸੀਂ ਦਾਨ ਕਰ ਰਹੇ ਹਾਂ, ਅਸੀਂ ਕਮੈਂਟ ਦੇ ਵਿੱਚ ਸ਼ੋਅ ਕਰਨਾ ਹੁੰਦਾ ਵੀ ਅਸੀਂ ਇੰਨੇ ਘੰਟੇ ਪ੍ਰੇਅਰ ਕਰਦੇ, ਸਟੇਟਸ ਲਗਾਉਣੇ ਹੁੰਦੇ। ਇਹ ਸ਼ੋਅ ਆਫ ਵਾਲਾ ਕੰਮ ਅਸੀਂ ਕਰ ਸਕਦੇ ਹਾਂ, ਅੱਧਾ ਅਧੂਰਾ ਨਹੀਂ, 100%। ਜਿਹੜਾ 100% ਹੋਏਗਾ ਉਹੀ ਪਰਮੇਸ਼ਰ ਦੇ ਭਵਨ ਦੇ ਵਿੱਚ ਪਹੁੰਚੇਗਾ, ਸਵਰਗ ਦੇ ਵਿੱਚ ਪਹੁੰਚੇਗਾ, ਉਹੀ ਪ੍ਰਭੂ ਨੂੰ ਪ੍ਰਾਪਤ ਕਰੇਗਾ। ਅਤੇ ਉਹਦੀ ਮਦਦ ਲਈ ਹੀ ਜੋ ਹਵਾ ਉਤਰੇਗਾ ਸਵਰਗ ਤੋਂ, ਉਹਦੀ ਮਦਦ ਦੇ ਲਈ ਹੀ ਪਵਿੱਤਰ ਆਤਮਾ ਆਵੇਗਾ, ਉਹਦੀ ਹੀ ਮਦਦ ਦੇ ਲਈ ਦੂਤ ਭੇਜੇ ਜਾਣਗੇ। ਜਿਹੜਾ ਪੂਰੀ ਖੁਸ਼ੀ ਦੇ ਨਾਲ ਧਰਮ ਦੇ ਕੰਮ ਕਰੇਗਾ, ਜਿਹੜਾ ਖੁਸ਼ੀ ਦੇ ਨਾਲ ਪਰਮੇਸ਼ਰ ਦੇ ਰਾਹਾਂ ਵਿੱਚ ਤੁਰੇਗਾ, ਜਿਹੜਾ ਹਰ ਗੱਲ ਦੇ ਵਿੱਚ ਪਰਮੇਸ਼ਰ ਨੂੰ ਯਾਦ ਰੱਖੇਗਾ। ਸੀ ਵਚਨ ਦੇ ਵਿੱਚੋਂ ਪੜ੍ਹਿਆ ਵੀ ਚੋਰੀ ਨਾ ਕਰ, ਝੂਠ ਨਾ ਬੋਲ, ਹੰਕਾਰ ਨਾ ਕਰ। ਕਿਉਂ ਜੀ? ਸਾਡਾ ਪ੍ਰਾਰਥਨਾ ਦਾ ਸਮਾਂ ਸੀ, ਅਸੀਂ ਵਚਨ ਪੜ੍ਹਦੇ ਪਏ ਹਾਂ। ਵਚਨ 'ਚ ਲਿਖਿਆ ਚੋਰੀ ਨਾ ਕਰ, ਝੂਠ ਨਾ ਬੋਲ, ਹੰਕਾਰ ਨਾ ਕਰ। ਠੀਕ ਹੈ ਜੀ। ਆਪਣੇ ਭਰਾ ਦੇ ਨਾਲ ਵੈਰ ਨਾ ਕਰ। ਹਾਂ, ਸ਼ੁਕਰ ਹੈ ਪ੍ਰਭੂ, ਅੱਜ ਦਾ ਵਚਨ ਦਿੱਤਾ, ਧੰਨਵਾਦ ਤੇਰਾ, ਤੂੰ ਮੇਰੇ ਨਾਲ ਗੱਲਬਾਤ ਕੀਤੀ। ਠੀਕ ਆ ਜੀ, ਆਮੀਨ। ਚਲੇ ਗਏ। ਅਸੀਂ ਜਾਂਦੇ ਸਾਰੇ ਅਸੀਂ ਕਿਤੇ ਰਾਹ 'ਚ ਸਾਨੂੰ ਕੋਈ ਮਿਲ ਨਾ ਪਵੇ ਜਿੱਤੋਂ ਅਸੀਂ ਉਧਾਰੀ ਲੈਣੀ ਹੋਵੇ, ਤਾਂ ਅਸੀਂ ਉੱਥੇ ਵੇਲੇ ਉਹਨੂੰ ਫੜ ਕੇ ਖੜ ਜਾਣਾ। ਹਾਂ ਭਰਾਵਾ, ਤੂੰ ਦਿੱਤੇ ਕਿਉਂ ਨਹੀਂ? ਤੇਰਾ ਤਾਂ ਕੰਮ ਹੀ ਇਹ ਆ, ਤੂੰ ਤਾਂ ਕਰਨਾ ਹੀ ਆ, ਅਸੀਂ ਪਾਗਲ ਆਏ ਆ, ਉਹ ਆ। ਸਾਡੇ ਤੋਂ ਰਹਿ ਹੀ ਨਹੀਂ ਹੁੰਦਾ। ਪਤਾ ਨਹੀਂ ਅਸੀਂ ਹੋ ਕਿੱਦਾਂ ਦੇ ਗਏ ਆ। ਵਚਨ 'ਚੋਂ ਅਸੀਂ ਹੁਣੇ ਪੜ੍ਹ ਕੇ ਆਏ ਆ ਵੀ ਉਹਨੂੰ ਉਧਾਰ ਦੇ ਜਿੱਥੋਂ ਤੈਨੂੰ ਵਾਪਸ ਮਿਲਣ ਦੀ ਆਸ ਨਾ ਹੋਵੇ। ਜੇ ਤੂੰ ਦੇ ਦਿੱਤਾ ਉਹ ਤੋਂ ਮੰਗ ਨਾ। ਜਾਂਦਿਆਂ ਹੀ ਸੀ ਉਹਨੂੰ ਮੰਗ ਲੈਣਾ, ਜਾਂਦੇ ਹੀ ਰਾਹ 'ਚ ਡੱਕ ਲੈਣਾ। ਉਹ ਵਿਚਾਰਾ ਭਾਵੇਂ ਪਹਿਲਾਂ ਹੀ ਦੁਖੀ ਹੋਵੇ, ਪਹਿਲਾਂ ਉਦੋਂ ਹੋਰ ਜਾ ਕੇ ਦੁਖੀ ਕਰਨਾ, ਕੱਲ੍ਹ ਨੂੰ ਮੇਰੇ ਪੈਸੇ ਦੇ ਨਹੀਂ ਤਾਂ ਮੈਂ ਤੇਰੀ ਫਲਾਣੀ ਚੀਜ਼ ਘਰੋਂ ਚੱਕ ਲਿਆਉਣੀ ਹੈ। ਕੀ ਫਾਇਦਾ ਹੋਇਆ ਵਚਨ ਪੜ੍ਹੇ ਦਾ? ਕੀ ਬਸ ਇਸੇ ਲਈ ਅਸੀਂ ਦੁਆ ਕੀਤੀ ਕਿ ਉੱਥੇ ਪੜ੍ਹਿਆ, ਛੱਡ ਦਿੱਤਾ ਅਤੇ ਜਾਂਦਿਆਂ ਸਾਰ ਵਸੂਲੀ ਕਰਨ ਲੱਗ ਗਏ? 100% ਯਾਦ ਰੱਖਣਾ ਪਏਗਾ। ਕਹਿੰਦਾ ਜਿਹੜਾ ਹਰ ਰਾਹ 'ਚ ਮੈਨੂੰ ਯਾਦ ਰੱਖੇ, ਵਚਨ ਨੂੰ ਪੜ੍ਹ ਲਿਆ। ਅਸੀਂ ਕਹਿੰਦੇ ਜੀ ਅੱਜ ਦੇ ਵਚਨ ਦੇ ਨਾਲ ਪ੍ਰਭੂ ਨੇ ਸਾਡੇ ਨਾਲ ਗੱਲ ਕੀਤੀ, ਔਰ ਵਚਨ ਕੀ ਸੀ ਕਿ ਕਿਸੇ ਨੂੰ ਪਰੇਸ਼ਾਨ ਨਾ ਕਰ, ਕਿਸੇ ਨੂੰ ਦੁੱਖ ਨਾ ਦੇ, ਕਿਸੇ ਨੂੰ ਸਤਾ ਨਾ। ਤੇ ਜਾਂਦਿਆਂ ਹੀ ਅਸੀਂ ਸਤਾਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਪ੍ਰਭੂ ਦੀ ਗੱਲ ਕੀਤੀ ਦਾ ਸਾਡੇ ਨਾਲ ਕੀ ਫਾਇਦਾ ਹੋਇਆ? ਹਜੇ ਅਸੀਂ ਕਹਿੰਦੇ ਅਸੀਂ ਪਰਮੇਸ਼ਰ ਨੂੰ ਪਾਉਣਾ। ਜਦੋਂ ਪਰਮੇਸ਼ਰ ਸਿੱਧੀ ਗੱਲ ਸਾਡੇ ਨਾਲ ਕਰਦਾ, ਉਹਦਾ ਅਸੀਂ ਸਿੱਧਾ ਕੰਮ ਕਰਨਾ ਨਹੀਂ, ਫਿਰ ਕੀ ਲੈਣਾ ਅਸੀਂ ਪਰਮੇਸ਼ਰ ਨੂੰ ਲੱਭ ਕੇ? ਵਚਨ ਸਾਨੂੰ ਕਹਿੰਦਾ ਪਰਮੇਸ਼ਰ ਕਹਿੰਦਾ ਕ੍ਰੋਧਵਾਨ ਹੁੰਦਾ। ਕਿਉਂ ਹੁੰਦਾ? ਕਿਉਂਕਿ ਅਸੀਂ ਉਹਦੇ ਵਿਰੁੱਧ ਪਾਪ ਕਰਦੇ ਹਾਂ। ਉਹ ਆਪ ਹੀ ਮੰਨ ਰਿਹਾ, ਕਹਿੰਦਾ ਅਸੀਂ ਤੇਰੇ ਵਿਰੁੱਧ ਪਾਪ ਕੀਤੇ, ਤੂੰ ਕ੍ਰੋਧਵਾਨ ਹੋਇਆ। ਹੁਣ ਅਸੀਂ ਕਿੱਦਾਂ ਬਚਾਂਗੇ? ਕਿੱਦਾਂ ਬਚਾਂਗੇ ਅਸੀਂ? ਤੁਸੀਂ ਦੱਸੋ ਕਿੱਦਾਂ ਬਚਾਂਗੇ ਅਸੀਂ? ਜਦੋਂ ਪਰਮੇਸ਼ਰ ਦਾ ਵਚਨ, ਅਸੀਂ ਜੋ ਵਚਨ ਹੁੰਦਾ, ਸਮ ਟਾਈਮ ਇੱਦਾਂ, ਮਤਲਬ ਮੇਰੇ ਨਾਲ ਕੋਇਨਸੀਡੈਂਸ ਇੱਦਾਂ ਬਹੁਤ ਵਾਰ ਹੋਇਆ ਕਿ ਜਿਹੜੀ ਚੀਜ਼ ਮੈਂ ਸੋਚਾਂ ਨਾ ਵੀ ਅੱਜ ਮੈਨੂੰ ਆਹ ਵਚਨ ਹੋਇਆ ਅਤੇ ਮੈਂ ਇਹ ਕੰਮ ਕਰਨਾ ਨਹੀਂ, ਤੇ ਉਹਦੀ ਪ੍ਰੀਖਿਆ ਮੇਰੇ ਸਾਹਮਣੇ ਪਹਿਲਾਂ ਖੜੀ ਹੁੰਦੀ ਹੈ। ਚਲੋ ਪਰਮੇਸ਼ਰ ਮਾफ़ ਕਰੇ। ਖੁਦਾ ਕਹਿੰਦਾ ਦਾਨ ਕਰੋ ਤਾਂ ਗੁਪਤ ਵਿੱਚ ਕਰੋ, ਪਰ ਮੈਂ ਵੈਸੇ ਗਵਾਹੀ ਦੇ ਤੌਰ 'ਤੇ ਦੱਸ ਰਹੀ ਹਾਂ। ਮੇਰੀ ਜ਼ਿੰਦਗੀ 'ਚ ਇੱਕ ਮਤਲਬ ਪ੍ਰੀਖਿਆ ਆਈ ਸੀ। ਮੈਨੂੰ ਪੈਸੇ ਜਮ੍ਹਾਂ ਕਰਨ ਦੀ ਇੰਨੀ ਖੁਸ਼ੀ, ਇੰਨਾ ਕਰੇਜ਼ ਹੁੰਦਾ ਸੀ, ਮੈਂ ਪੈਸੇ ਜਮ੍ਹਾਂ ਕਰੀ ਜਾਣੇ। ਪਹਿਲਾਂ ਛੋਟੇ 10-10 ਰੱਖਣੇ, 10 ਤੋਂ ਵੱਧ ਹੋ ਕੇ ਜਦੋਂ 100 ਦਾ ਹੋ ਗਿਆ, 100 ਪੂਰਾ ਵੱਡਾ ਨੋਟ ਲੈ ਕੇ 10 ਰੱਖ ਦੇਣੇ, ਮੰਮੀ ਨੂੰ ਦੇ ਦੇਣੇ। ਫਿਰ ਜਦੋਂ 100 ਦੇ 5 ਹੋ ਗਏ, 5 ਨੋਟ ਮੰਮੀ ਨੂੰ ਦੇ ਕੇ ਇੱਕ 500 ਦਾ ਲੈ ਲੈਣਾ। ਮਤਲਬ ਵੱਡੇ ਨੋਟ ਤੇ ਕਿੰਨੇ ਸਾਰੇ ਨੋਟ ਰੱਖਣ ਦੀ ਬੜੀ ਚਾਹ ਸੀ ਮੈਨੂੰ। ਤੇ ਹੁਣ ਥੋੜ੍ਹੇ ਕੁ ਦਿਨ ਪਹਿਲਾਂ ਮੈਂ ਸੋਚਿਆ ਕਿ ਪਰਮੇਸ਼ਰ ਮੈਂ ਇਹ ਗੱਲ ਕਹਿ ਤਾਂ ਦਿੰਦੀ ਹਾਂ ਵੀ ਹੁਣ ਮੈਂ ਪੈਸੇ ਦਾ ਲਾਲਚ ਨਹੀਂ ਕਰਨਾ। ਚੱਲ ਮੇਰੇ ਕੋਲ ਥੋੜ੍ਹੇ ਜਿਹੇ ਪੈਸੇ ਹੈਗੇ ਆ, ਅਗਰ ਕਿਸੇ ਨੂੰ ਲੋੜ ਪਈ ਨਾ ਤਾਂ ਮੈਂ ਉਹਦੀ ਹੈਲਪ ਕਰ ਦੇਵਾਂਗੀ, ਵੀ ਮੈਂ ਲਾਲਚ ਨਹੀਂ ਕਰਨਾ। ਜੇ ਮੈਨੂੰ ਕਿਸੇ ਨੇ ਕਿਹਾ ਤਾਂ ਇੱਕ ਬ੍ਰਦਰ ਦਾ ਫੋਨ ਆਇਆ ਕਿ ਸਿਸਟਰ ਮੇਰੀ ਨਾ ਵਾਈਫ ਦੀ ਮੈਡੀਸਨ
ਲੈਣੀ ਆ ਤੇ ਮੈਨੂੰ ਪੈਸੇ ਦੀ ਜ਼ਰੂਰਤ ਆ ਥੋੜ੍ਹੀ ਜਿਹੀ, ਕੀ ਤੁਸੀਂ ਮੇਰੀ ਹੈਲਪ ਕਰ ਦੋਗੇ? ਮੈਂ ਤੁਹਾਨੂੰ ਵਾਪਸ ਕਰ ਦੇਵਾਂਗਾ। ਉਸ ਵੇਲੇ ਮੇਰੇ ਮਨ ਦੇ ਵਿੱਚ ਆਇਆ ਮੈਂ ਦੇ ਤਾਂ ਦੇਵਾਂ, ਇਹ ਨਾ ਹੋਵੇ ਮੈਨੂੰ ਵਾਪਸ ਨਾ ਕਰੇ। ਪਰ ਮੈਂ ਉਸੇ ਵੇਲੇ ਮੈਨੂੰ ਉਹ ਵਚਨ ਮੇਰੇ ਅੱਖਾਂ ਮੂਹਰੇ ਆਇਆ ਔਰ ਮੈਂ ਇੰਨਾ ਆਪਣੇ ਆਪ ਇਕੱਲੀ ਹੱਸ ਰਹੀ ਸੀ ਕਿ ਪ੍ਰਭੂ ਤੂੰ ਮੈਨੂੰ ਪਰਖ ਰਿਹਾ ਸੀ, ਪਰਮੇਸ਼ਰ ਸੱਚਮੁੱਚ ਤੂੰ ਮੈਨੂੰ ਪਰਖਿਆ। ਔਰ ਮੈਂ 1 ਸੈਕਿੰਡ ਨਹੀਂ ਲਾਇਆ, ਮੈਂ ਉਹਨੂੰ ਪੈਸੇ ਦੇ ਦਿੱਤੇ। ਉਹਨੇ ਮੈਨੂੰ ਕਿਹਾ ਸਿਸਟਰ ਮੈਂ ਤੁਹਾਨੂੰ ਵਾਪਸ ਕਰਾਂਗਾ। ਮੈਂ ਉਹਨੂੰ ਇੱਕ ਵਾਰੀ ਨਹੀਂ ਕਿਹਾ, ਮੈਂ ਕਿਹਾ ਓਕੇ ਬ੍ਰਦਰ ਠੀਕ ਹੈ ਜੈਮਸੀ ਕੀ, ਔਰ ਮੈਂ ਉਹਦਾ ਫੋਨ ਕੱਟ ਦਿੱਤਾ। ਕਿ ਪਰਮੇਸ਼ਰ ਨੇ ਮੈਨੂੰ ਝੱਟ ਦੇ ਨੇ ਪਰਖ ਲਿਆ ਵੀ ਇਹਦੀ ਜਾਨ ਨਿਕਲ ਜਾਂਦੀ ਹੈ ਪੈਸਿਆਂ ਦੇ ਨਾਂ 'ਤੇ। ਜੇ ਮੈਂ ਔਨਲਾਈਨ ਔਡਰ ਕਰਦੀ ਹਾਂ ਨਾ ਕਿਸੇ ਚੀਜ਼ ਦਾ ਤਾਂ ਮੈਂ ਪਹਿਲਾਂ ਸਰਚ ਕਰਦੀ ਹਾਂ ਵੀ ਇਹਦੇ ਨਾਲ ਦੇ ਰਿਲੇਟਡ ਹੋਰ ਹੈਗੇ ਵੀ ਕਿਤੇ ਮੇਰੇ 10-20 ਰੁਪਏ ਬਚ ਜਾਣ, ਮੈਨੂੰ ਜਿੰਨੇ ਇਹ ਦਿੱਤੇ ਆ ਨਾ ਇਹਦੋਂ ਘੱਟ ਕਰਨ। ਮੈਂ ਔਨਲਾਈਨ ਹੀ ਜ਼ਿਆਦਾ ਸ਼ਾਪਿੰਗ ਕਰਦੀ ਕਿਉਂਕਿ ਮੇਰਾ ਬਾਹਰ ਜਾਣ ਦਾ ਸਮਾਂ ਨਹੀਂ ਲੱਗਦਾ। ਅਤੇ ਮੈਂ ਇੱਕੋ ਫੋਟੋ ਨੂੰ ਨਾ 10-12 ਵਾਰੀ ਸਰਚ ਕਰਦੀ ਹੁੰਦੀ ਵੀ ਇਹਦੇ ਨਾਲ ਦਾ ਮੈਨੂੰ ਕਿਤੇ 150 ਘੱਟ ਮਿਲ ਜਾਵੇ, ਇਸ ਤੋਂ ਮੈਨੂੰ ਵੱਧ ਨਾ ਦੇਣੇ ਪੈਣ। ਤਾਂ ਪਰਮੇਸ਼ਰ ਨੇ ਉਸ ਚੀਜ਼ ਨੂੰ ਮੈਨੂੰ ਪਰਖ ਲਿਆ ਵੀ ਇਹ ਸ਼ਾਪਿੰਗ ਵੇਲੇ ਇੰਨਾ ਨਾਪ ਤੋਲ ਕਰਦੀ ਆ ਤੇ ਕੀ ਇਹ ਸੱਚਮੁੱਚ ਆਪਣੀ ਗੱਲ ਤੇ ਖਰੀ ਰਹਿ ਸਕਦੀ ਆ ਵੀ ਇਹਨੇ ਕਿਹਾ ਵੀ ਮੈਂ ਪੈਸੇ ਦੇ ਦੂੰਗੀ ਮੇਰੇ ਕੋਲੇ ਜਿਹੜੇ ਹੈਗੇ ਆ, ਤਾਂ ਕੀ ਇਹ ਦੇ ਸਕਦੀ ਆ? ਤਾਂ ਮੈਂ ਉਸ ਚੀਜ਼ 'ਤੇ ਲੈ ਕੇ ਬੜਾ ਸ਼ੌਕਡ ਹੋਈ ਕਿ ਪਰਮੇਸ਼ਰ ਸੱਚਮੁੱਚ ਇਹ ਤੂੰ ਮੇਰੇ ਮਨ ਦੀਆਂ ਗੱਲਾਂ ਨੂੰ ਸੁਣਦਾ ਆ। ਤੂੰ ਇਹ ਨਹੀਂ ਆ ਕਿ ਮੈਂ ਕਹਿ ਦਿੱਤਾ ਤੇ ਤੂੰ ਉਸ ਗੱਲ ਨੂੰ ਸੁਣਿਆ ਨਹੀਂ, ਪਰ ਪਰਮੇਸ਼ਰ ਤੂੰ ਮੈਨੂੰ ਪਰਖਣ ਵੀ ਉਸੇ ਵੇਲੇ ਆ ਗਿਆ ਕਿ ਯਾਦ ਰੱਖਦੀ ਕਿ ਨਹੀਂ ਰੱਖਦੀ। ਮੈਂ ਇੱਦਾਂ ਪਰਮੇਸ਼ਰ ਨਾਲ ਗੱਲਾਂ ਕਰਦੀ ਰਹਿੰਦੀ ਸਾਰਾ ਦਿਨ ਹੀ ਕਿ ਵਾਹ ਪਰਮੇਸ਼ਰ ਤੂੰ ਮੈਨੂੰ ਸੱਚੀ ਪਰਖ ਲਿਆ, ਤਾਂ ਬਹੁਤ ਅਮੇਜ਼ਿੰਗ ਆ ਯਾਰ, ਸੱਚਮੁੱਚ ਮੇਰੇ ਸੋਚਣ ਤੋਂ ਬਾਹਰ ਦੀ ਗੱਲ ਆ ਇਹ। ਮੈਂ ਪਰਮੇਸ਼ਰ ਤੋਂ ਕਦੇ ਡਰ ਕੇ ਨਹੀਂ ਦੁਆ ਕਰਦੀ, ਉਹ ਤੋਂ ਵੀ ਮੈਨੂੰ ਡਰ ਲੱਗਦਾ ਵੀ ਉਹਦੇ ਹੱਥ 'ਚ ਸੋਟੀ ਫੜੀ ਆ। ਮੈਂ ਉਹਦੇ ਨਾਲ ਇੱਦਾਂ ਗੱਲ ਕਰਦੀ ਜਿਵੇਂ ਉਹ ਮੇਰਾ ਹੀ ਹਿੱਸਾ ਆ, ਮੇਰਾ ਭੈਣ, ਮੇਰਾ ਭਰਾ, ਮੇਰਾ ਦੋਸਤ, ਮੇਰਾ ਫਾਦਰ ਆ। ਅਤੇ ਮੈਂ ਆਮ ਗੱਲ ਜਿੱਦਾਂ ਆਪਾਂ ਆਮ ਗੱਲ ਕਰਦੇ ਇੱਕ ਦੂਜੇ ਨਾਲ, ਉਸ ਤਰੀਕੇ ਨਾਲ ਆਮ ਤਰੀਕੇ ਨਾਲ ਗੱਲ ਕਰਦੀ ਮੈਂ ਪਰਮੇਸ਼ਰ ਨਾਲ। ਔਰ ਮੈਂ ਯਾਦ ਰੱਖਦੀ ਹਾਂ ਉਸ ਗੱਲ ਨੂੰ ਕਿ ਮੈਂ ਕਹੀ ਸੀ ਔਰ ਮੈਂ ਉਸ ਚੀਜ਼ ਤੋਂ ਮੁੱਕਰ ਗਈ। 1-2 ਵਾਰ ਮੇਰੇ ਤੋਂ ਹੋਇਆ ਪਹਿਲਾਂ ਜਦੋਂ ਮੈਂ ਖਾਸ ਵਚਨ ਦੇ ਵਿੱਚ ਪੂਰੀ ਨਹੀਂ ਸੀ। ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਦਾਸ ਆ ਵੀ ਉਹ ਪੂਰੇ ਖਰੇ ਆ, ਨਹੀਂ ਖਰੇ ਹੁੰਦੇ। ਮੈਂ ਤਾਂ ਆਪ ਨਹੀਂ ਖਰੀ ਹੈਗੀ, ਮੈਂ ਬਹੁਤ ਲਾਲਚੀ ਹਾਂ। ਖਾਣੇ ਪੀਣੇ ਦਾ ਮੈਨੂੰ ਇੰਨਾ ਲਾਲਚ ਆ ਨਾ ਕਿ ਜਦੋਂ ਮੇਰੀ ਕੋਈ ਫੇਵਰੇਟ ਚੀਜ਼ ਹੋਵੇ ਤਾਂ ਮੈਨੂੰ ਇਹ ਹੁੰਦਾ ਮੈਨੂੰ ਕਿਸੇ ਨੂੰ ਦੇਣੀ ਨਾ ਪਵੇ, ਮੈਂ ਹੀ ਖਾ ਲਵਾਂ। ਖਾਣ ਪੀਣ ਦੇ ਵਿੱਚ ਥੋੜ੍ਹੀ ਮੈਂ ਜ਼ਿਆਦਾ ਲਾਲਚੀ ਕਿਉਂਕਿ ਮੇਰਾ ਹਜੇ ਸੁਭਾਅ ਖਾਣ ਵਿੱਚ ਬਹੁਤ ਬੱਚਿਆਂ ਵਾਲਾ ਆ। ਜਿਹੜੇ ਸਾਡੇ ਆਂਢੀ ਗੁਆਂਢੀ ਉਹ ਸਾਨੂੰ ਕਹਿੰਦੇ ਕਿ ਤੇਰਾ ਵਿਆਹ ਹੋਣਾ, ਤੇਰਾ ਕੀ ਬਣੇਗਾ, ਤੂੰ ਇੰਨੀ ਬੱਚਿਆਂ ਵਰਗੀ ਹੈ। ਪਰ ਇਹ ਚੀਜ਼ਾਂ ਪਰਮੇਸ਼ਰ ਦੇਖਦੇ ਆ। ਪਰਮੇਸ਼ਰ ਨੂੰ ਪਿਓਰਿਟੀ ਚਾਹੀਦੀ ਆ, ਲੋਇਲਟੀ ਚਾਹੀਦੀ ਆ, ਇਮਾਨਦਾਰੀ ਚਾਹੀਦੀ ਆ, ਔਰ ਉਹਦੇ ਵਿੱਚ ਸਾਨੂੰ ਖਰੇ ਉਤਰਨਾ ਪੈਣਾ, ਯਾਦ ਰੱਖਣੀਆਂ ਪੈਣੀਆਂ ਉਹ ਗੱਲਾਂ। ਇਹ ਲਾਲਚ ਇਹ ਚੀਜ਼ਾਂ ਛੱਡਣੀਆਂ ਪੈਣੀਆਂ ਸਾਨੂੰ। ਅਤੇ ਮੈਂ ਆਪਣੇ ਆਪ 'ਚ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੈਂ ਬਦਲ ਜਾਵਾਂ। ਤਾਂ ਸਾਨੂੰ ਹਰ ਇੱਕ ਨੂੰ ਕੋਸ਼ਿਸ਼ ਕਰਨੀ ਪਏਗੀ ਜੇ ਅਸੀਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਆ। ਤਾਂ ਮੈਂ ਫਾਸਟ ਨਹੀਂ ਕਰ ਪਾਉਂਦੀ ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਔਰ ਮੇਰੇ ਘਰ ਵਿੱਚ ਉਹਨਾਂ ਸਾਡੇ ਰਾਸ਼ਨ ਦੇ ਡੱਬੇ ਨਹੀਂ ਹੋਣੇ ਜਿੰਨਾ ਮੇਰੇ ਖਾਣ ਪੀਣ ਦੇ ਕਚਰੇ ਭਰੇ ਪਏ ਆ। ਤਾਂ ਉਹ ਚੀਜ਼ਾਂ ਤੋਂ ਮੈਂ ਕਈ ਵਾਰੀ ਕਹਿੰਦੀ ਹੁੰਦੀ ਕਿ ਪ੍ਰਭੂ ਕਿੱਦਾਂ ਵਰਤ ਰੱਖਾਂ ਮੈਂ, ਮੇਰੇ ਤੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਰਹੀਆਂ ਮੇਰੇ ਸਾਹਮਣੇ ਪਈਆਂ। ਹਾਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਵਾਂ। ਪਰ ਇੱਕ ਕਿਤਾਬ ਨਾਲ ਦੇਖਿਆ ਜਾਵੇ ਕੋਈ ਅਜਿਹੀ ਆਦਤ ਨਹੀਂ ਹੈਗੀ ਮੇਰੇ 'ਚ ਜਿਹੜੀ ਮੈਨੂੰ ਪਰਮੇਸ਼ਰ ਤੋਂ ਦੂਰ ਕਰਦੀ ਹੈ। ਸਿਰਫ ਮੇਰਾ ਬਚਪਨਾ ਆ, ਸਭ ਉਮਰ ਦੇ ਹਿਸਾਬ ਨਾਲ ਠੀਕ ਹੋ ਜਾਏਗਾ। ਪਰ ਜਿਹੜਾ ਪਰਮੇਸ਼ਰ ਦੇ ਨਾਲ ਲੋਇਲਟੀ ਹੈ ਨਾ ਉਹਦੇ ਵਿੱਚ ਮੈਂ ਖਰੀ ਹਾਂ। ਜੋ ਮੈਂ ਵਚਨ 'ਚ ਕਹਿ ਦਿੱਤਾ ਤਾਂ ਮੈਂ ਆਪਣੇ ਮਨ 'ਚ ਸੋਚਿਆ ਤਾਂ ਮੈਂ ਕਰਨਾ ਆ। ਤਾਂ ਇਹ ਅੱਜ ਜੋ ਮੈਂ ਕਹਾਣੀ ਆਪਣੀ ਕਥਾ ਘਿਸੀ ਪਿੱਟੀ ਬੋਰਿੰਗ ਜੀ ਸੁਣਾਈ ਆ, ਇਹਦੇ 'ਚ ਤੁਸੀਂ ਬੋਰ ਨਾ ਹੋਇਓ, ਮਾਫ਼ ਕਰਿਓ ਮੈਂ ਲੰਬੀ ਲੈ ਗਈ ਆਪਣੀ ਸਟੋਰੀ। ਪਰ ਇਹ ਇਸ ਲਈ ਦੱਸੀ ਮੈਂ ਤੁਹਾਨੂੰ ਕਿ ਕੋਈ ਬੰਦਾ ਪਰਫੈਕਟ ਨਹੀਂ ਹੈਗਾ। ਜੇ ਅਗਰ ਮੈਨੂੰ ਵਚਨ ਦੀ ਸਮਝ ਆ ਨਾ ਤਾਂ ਇਹ ਨਹੀਂ ਹੈਗਾ ਕਿ ਮੈਂ ਸਾਰੇ ਪਾਸੋਂ ਹੀ ਪਰਫੈਕਟ ਹਾਂ। ਮੇਰੇ 'ਚ ਵੀ ਬਹੁਤ ਸਾਰੀਆਂ ਕਮੀਆਂ ਆ, ਮੈਂ ਵੀ ਆਪਣੇ ਆਪ ਨੂੰ ਬਦਲ ਰਹੀ ਹਾਂ। ਹਰ ਇੱਕ ਭੈਣ ਭਾਈ ਆਪਣੇ ਆਪ 'ਚ ਬਦਲੇ, ਕੋਸ਼ਿਸ਼ ਕਰੇ। ਪਰ ਇੱਕ ਗੱਲ ਜ਼ਰੂਰ ਹੈ ਵੀ ਕੋਈ ਇਹੋ ਜਿਹੀ ਆਦਤ ਨਾ ਪਾਇਓ, ਕੋਈ ਅਜਿਹਾ ਕੰਮ ਨਾ ਕਰਿਓ ਜਿਹੜਾ ਤੁਹਾਨੂੰ ਪਰਮੇਸ਼ਰ ਤੋਂ ਦੂਰ ਕਰੇ। ਬਚਪਨਾ ਹੋਣਾ ਇੱਕ ਅਲੱਗ ਗੱਲ ਆ, ਪਰ ਮੂਰਖਤਾ ਹੋਣੀ ਇੱਕ ਅਲੱਗ ਗੱਲ ਆ। ਬਚਪਨਾ ਜ਼ਰੂਰ ਹੈ ਮੇਰੇ 'ਚ, ਪਰ ਖੁਦਾ ਜਾਣਦਾ ਕਿ ਮੈਂ ਮੂਰਖ ਨਹੀਂ ਹਾਂ, ਮੈਨੂੰ ਵਚਨ ਦੀ ਸਮਝ ਹੈਗੀ ਆ ਔਰ ਮੈਂ ਵਚਨ ਦਾ ਡਰ ਮੰਨਦੀ ਹਾਂ। ਮੈਨੂੰ ਉਹਨਾਂ ਰੱਬ ਦਾ ਡਰ ਨਹੀਂ ਹੈਗਾ ਜਿੰਨਾ ਮੈਨੂੰ ਵਚਨ ਦਾ ਡਰ ਆ। ਪ੍ਰਭੂ ਤੋਂ ਨਹੀਂ ਮੈਂ ਡਰਦੀ ਕਿਉਂਕਿ ਮੈਨੂੰ ਪਤਾ ਮੈਂ ਗੁਨਾਹ ਨਹੀਂ ਕਰਦੀ, ਪਰ ਮੈਂ ਵਚਨ ਤੋਂ ਡਰਦੀ ਹਾਂ ਵੀ ਜੇ ਵਚਨ ਨੇ ਮੈਨੂੰ ਇਹ ਗੱਲ ਕਹੀ ਤੇ ਕਿਤੇ ਮੈਥੋਂ ਵਚਨ ਇੱਧਰ ਉੱਧਰ ਨਾ ਹੋ ਜੇ, ਕਿਉਂਕਿ ਪਰਮੇਸ਼ਰ ਨੇ ਆਪਦੇ ਨਾਮ ਨਾਲੋਂ ਵੀ ਵੱਧ ਕੇ ਵਚਨ ਨੂੰ ਅਹਿਮੀਅਤ ਦਿੱਤੀ ਆ। ਤੇ ਜੇ ਵਚਨ ਸਾਨੂੰ ਕਹਿੰਦਾ ਹੈ ਨਾ ਵੀ ਰਾਹ ਵਿੱਚ ਚੱਲਦੇ ਫਿਰਦੇ ਤੁਰਦੇ ਮੈਨੂੰ ਯਾਦ ਰੱਖੋ, ਤਾਂ ਪਰਮੇਸ਼ਰ ਨੂੰ ਯਾਦ ਰੱਖੋ, ਕਿਤੇ ਭੁੱਲ ਨਾ ਜਾਇਓ, ਕਿਤੇ ਅਜਿਹੀ ਗਲਤੀ ਨਾ ਕਰ ਦਿਓ ਕਿ ਪਰਮੇਸ਼ਰ ਦੀ ਨਿਗਾਹ 'ਚ ਤੁਸੀਂ ਇਹ ਸੋਚੋ ਕਿ ਹੁਣ ਅਸੀਂ ਕਿੱਦਾਂ ਬਚ ਗਏ, ਹੁਣ ਸਾਡਾ ਕੀ ਬਣੇਗਾ। ਕਿਉਂਕਿ ਸਾਥੋਂ ਗਲਤੀਆਂ ਹੋ ਜਾਂਦੀਆਂ ਨੇ, ਪਰ ਗਲਤੀ ਦਾ ਹੱਲ ਹੈਗਾ ਆ, ਗੁਨਾਹ ਦਾ ਕੋਈ ਹੱਲ ਨਹੀਂ। ਗਲਤੀ ਹੁੰਦੀ ਅਣਜਾਣੇ ਵਿੱਚ ਹੋਈ, ਗੁਨਾਹ ਹੁੰਦਾ ਜਾਣ ਬੁੱਝ ਕੇ ਕੀਤਾ। ਗੁਨਾਹ ਦਾ ਕੋਈ ਹੱਲ ਨਹੀਂ, ਗਲਤੀ ਦਾ ਹੱਲ ਹੈਗਾ। ਗਲਤੀ ਦੀ ਤੌਬਾ ਹੁੰਦੀ ਆ।
क्योंकि परमेश्वर कहना जो कोई मेरे वचना मेरे हुक्मां मेरे विधियां की पालना करे तौबा करे मेरे वाल मुड़े यहोवा वफादार ते धर्मी आ कि ओनू माफ करेगा। हालेलुया। नैक्सट वचन चो देखांगे यूहन्ना 10:27 और 28 नंबर आयत नूं। मेरियां भेड्डां मेरी आवाज़ नूं सुणदियां हन, मैं उन्हां नूं जाणदा हां अते ओह मेरे पिछे चलदियां हन। मैं अपणियां भेड्डां नूं सਦੀपक जीवन दिंदा हां अते ओह कदे नहीं मरनगियां अते ना कोई उन्हां नूं मेरे तो खो सकदा है। हालेलुया। परमेश्वर दा वचन सानूं की दसदा कि मेरियां भेड्डां मेरी आवाज़ सुनदियां। जिद्दां आपां लास्ट वचन 'च भी जाणिया कि परमेश्वर दे वचन नूं इग्नोर नहीं करना, क्योंकि जिहड़ा परमेश्वर दा वचन आ वो प्रभु दी आवाज़ आ। जे असीं वचन दे विच कुछ कोई चीज़ पढ़ी आ दा मतलब परमेश्वर ने बोल के सानूं वो गल दस्सी आ भी हाँ तू ये काम करना आ, ते जे असीं वो काम नहीं करदे तां मतलब असीं परमेश्वर तो दूर आ। फिलहाल दी घड़ी तां असीं परमेश्वर तो गुआचे होए आ। कहंदा ਜਿਹੜੀਆਂ ਮੇਰੀਆਂ ਭੇਡਾਂ ਉਹ ਮੇਰੀ ਆਵਾਜ਼ ਸੁਣਦੀਆਂ ਅਤੇ ਮੈਂ ਉਹਨਾਂ ਨੂੰ ਜਾਣਦਾ ਆ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ। ਇਹਦਾ ਮਤਲਬ ਪਰਮੇਸ਼ਰ ਨੂੰ ਪਾਉਣ ਦੇ ਲਈ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਭੂ ਦੀਆਂ ਭੇਡਾਂ ਹੋਣ ਦੇ ਲਈ ਸਾਨੂੰ ਉਹਦੇ ਵਚਨਾਂ ਦੀ ਪਾਲਣਾ ਕਰਨੀ ਪਏਗੀ। ਸਾਨੂੰ ਉਹਦੇ ਵਚਨਾਂ ਦੇ ਅਨੁਸਾਰ ਚੱਲਣਾ ਪਵੇਗਾ। ਜੋ ਪ੍ਰਭੂ ਦੇ ਵਚਨ ਨੇ ਉਹਦੇ ਅਨੁਸਾਰ ਹੀ ਸਾਨੂੰ ਰਹਿਣਾ ਪਏਗਾ, ਕਿਉਂਕਿ ਇਹ ਪਰਮੇਸ਼ਰ ਦੀ ਬਾਣੀ ਆ। ਕਹਿੰਦਾ ਮੈਂ ਆਪਣੀਆਂ ਭੇਡਾਂ ਨੂੰ ਸਦੀਪਕ ਜੀਵਨ ਦਿੰਦਾ, ਉਹ ਕਦੇ ਨਹੀਂ ਮਰਨਗੀਆਂ ਤੇ ਨਾ ਹੀ ਕੋਈ ਮੈਥੋਂ ਉਹਨੂੰ ਖੋ ਸਕਦਾ ਆ। ਹੁਣ ਕਈ ਕਹਿਣਗੇ ਕਿ ਇਸ ਵਚਨ ਦਾ ਕੀ ਲਿੰਕ ਵੀ ਅਸੀਂ ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰੀਏ, क्योंकि वचन का टाइटल तो सी कि परमेश्वर को किवें प्राप्त करिए। इस वचन तो असी किवें पता लगाइए कि असी परमेश्वर को किवें प्राप्त करिए। तो इस वचन दे विच क्या प्रभु ने कि जिहड़ियां मेरियां भेडां मेरी आवाज़ सुणदियां आ ते जिहड़ियां प्रभु दियां भेडां उही परमेश्वर नूं प्राप्त कर सकणगियां। ते जे असीं चाहुंदे हां कि असीं प्रभु दियां भेडां होईए तां सानूं ओहदी आवाज़ सुननी पएगी और ओहदी आवाज़ हैगी आ वचन, और वचन सानूं मन्नना पएगा। वचन दी एक भी गल असीं छड्ड नहीं सकदे, इग्नोर नहीं कर सकदे, असीं मन्ननी ते मन्ननी ही आ। अगर ना मन्नांगे तां परमेश्वर गुआचिया ही रहेगा, फिर नहीं सानूं लभेगा। जे असीं मन्नांगे तां परमेश्वर की कहंदा कि मैं उन्होंने सदा का जीवन देवांगा, और साडी सब दी तलाश भी यही है कि सानू सदा का जीवन मिल जाए। तो कहता ਜਿਹੜੀਆਂ ਮੇਰੀਆਂ ਉਹਨਾਂ ਨੂੰ मैथों कोई खो नहीं सकता। ਇਹਦਾ मतलब ਅਸੀਂ परमेश्वर तो गवाचे होए हैं, तो हजे ਅਸੀਂ प्रभु के पसंद आने वाली भेडां तो है नहीं गे। तो ਇਹਦਾ मतलब प्रभु के पसंद आने के लिए सानू परमेश्वर की आवाज़ ਨੂੰ सुनना मनना पवेगा। नैक्सट वचन जो देखेंगे यशाया 64:6 और 7 नंबर आयत ਨੂੰ। ਅਸੀਂ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ ਅਤੇ ਸਾਡੇ ਸਾਰੇ ਧਾਰਮਿਕਤਾ ਦੇ ਕੰਮ ਗੰਦੇ ਕੱਪੜਿਆਂ ਵਰਗੇ ਹਨ। ਅਸੀਂ ਪੱਤੇ ਵਾਂਗ ਕੁਮਲਾ ਜਾਂਦੇ ਹਾਂ ਅਤੇ ਸਾਡੀਆਂ ਬਦੀਆਂ ਹਵਾ ਵਾਂਗ ਸਾਨੂੰ ਚੁੱਕ ਲੈ ਜਾਂਦੀਆਂ ਹਨ। ਕੋਈ ਤੇਰਾ ਨਾਮ ਨਹੀਂ ਪੁਕਾਰਦਾ, ਨਾ ਕੋਈ ਯਤਨ ਕਰਦਾ ਹੈ ਕਿ ਤੈਨੂੰ ਫੜ ਕੇ ਰੱਖੇ, ਕਿਉਂ ਜੋ ਤੂੰ ਆਪਣਾ ਮੂੰਹ ਸਾਡੇ ਕੋਲੋਂ ਲੁਕਾ ਲਿਆ ਅਤੇ ਸਾਨੂੰ ਸਾਡੀਆਂ ਬਦੀਆਂ ਦੇ ਹੱਥ ਛੱਡ ਦਿੱਤਾ। ਹਾਲੇਲੂਇਆ। परमेश्वर का वचन सानू कहता है कि सारे अशुद्ध मनुख वर्गे हो गए और उन्होंने कपड़े गंदे हो गए। किहड़े कपड़े साडे गंदे हो गए? असीं तां रोज़ कपड़े बदल के पाते हैं, फिर किहड़े कपड़े गंदे हो गए जिहड़े परमेश्वर ने साडे कपड़े देख ले। आत्मिक कपड़े, परमेश्वर कहता अपने आत्मा के कपड़िਆਂ ਨੂੰ पवित्र रख। चिट्टे वस्त्र ਜਿਹੜੇ परमेश्वर ने सानू आत्मा ਦੇ ਦਿੱਤੇ ਆ, ਅਸੀਂ ਆਪਣੇ ਗੁਨਾਹਾਂ ਦੇ ਨਾਲ ਉਹਦੇ ਤੇ ਦਾਗ ਲਗਾਈ ਜਾਂਦੇ ਆ, ਜਿਹਦੇ ਕਰਕੇ परमेश्वर ਸਾਡੇ ਤੋਂ ਦੂਰ ਆ। ਕਹਿੰਦਾ ਸਾਰੇ ਅਸ਼ੁੱਧ ਮਨੁੱਖ ਵਰਗੇ ਹੋ ਗਏ, ਪਾਪੀ ਮਨੁੱਖ ਵਰਗੇ ਹੋ ਗਏ। ਕਹਿੰਦਾ ਉਹ ਪੱਤਿਆਂ ਵਰਗੇ ਹੋ ਗਏ, ਕਮਲਾ ਗਏ। ਕਹਿੰਦਾ ਉਹ ਬਦੀ ਕਰਦੇ ਕਰਦੇ ਕਹਿੰਦਾ ਅਜਿਹੇ ਲੀਨ ਹੋ ਗਏ ਕਿ ਉਹ ਤੁਹਾਡੇ ਨਾਮ ਤੋਂ ਹਟ ਗਏ, ਤੇਰਾ ਨਾਮ ਹੀ ਲੈਣੋਂ ਹਟ ਗਏ, ਤੈਨੂੰ ਪੁਕਾਰਨਾ ਹੀ ਛੱਡ ਗਏ। ਕਹਿੰਦਾ ਉਹਨਾਂ ਨੇ ਮਿਹਨਤ ਹੀ ਨਹੀਂ ਕੀਤੀ ਕਿ ਤੈਨੂੰ ਲੱਭੀਏ, ना किसी ने तेनों फड़ के रखने की कोशिश की। साडी तलाश ही खत्म हो गई परमेश्वर की। सानू तो संसारिक चीज़ां चाहिए। कहता अशुद्ध मनुख वर्गे, मैले कपड़ियां वाले, गंदे काम करन वाले, पत्तियां वर्गे कुमलाए होए अते उस बंजर जमीन वर्गे जिहड़ी सुक चुकी है ते फल नहीं दिंदी। असी सचमुच उस बंजर जमीन वर्गे हाँ जिहड़ी फल नहीं दिंदी। क्यों असी अजिहे हो गए? क्योंकि असी प्रभु नूं त्याग दिता। साडा प्रोटैक्शन कवर साडे तो खो लिया गया। साडी धरती नूं सिंजन वाला अमृत जल साडे तो वखरा हो गया। साडी जिंदगी नूं एक नवीं जिंदगी जद के सानू मुर्दियां नूं जिउंदा करन वाला वो परमेश्वर साडे तो गवाच गया, ताकि ही साडी जिंदगी रह गई। कहता उन्होंने अपना मूँह लुका लिया तेरे तो। सचमुच साडा मूँह ही परमेश्वर तो लुक गया, क्योंकि असी परमेश्वर नूं सिर्फ अपने मतलब दे लई, अपने फायदे दे लई इस्तेमाल करन लग गए।
ਅਸੀਂ ਉਦੋਂ ਦੁਆ ਕੀਤੀ ਜਦੋਂ ਸਾਡੇ ਤੇ ਮੁਸ਼ਕਿਲ ਪਈ, ਜਦੋਂ ਅਸੀਂ ਬਿਮਾਰ ਹੋ ਗਏ ਸਾਨੂੰ ਪਰਮੇਸ਼ਰ ਯਾਦ ਆਇਆ, ਜਦੋਂ ਸਾਡੇ ਤੇ ਬਿਪਤਾ ਪੈ ਗਈ ਸਾਨੂੰ ਪਰਮੇਸ਼ਰ ਯਾਦ ਆਇਆ, ਜਦੋਂ ਸਾਡੇ ਘਰ ਪਾਰਟੀ ਫੰਕਸ਼ਨ ਆ ਉਦੋਂ ਸਾਨੂੰ ਪ੍ਰਭੂ ਯਾਦ ਨਹੀਂ, ਉਦੋਂ ਸਾਨੂੰ ਸ਼ਰਾਬ ਦੀਆਂ ਬੋਤਲਾਂ ਯਾਦ ਆਉਂਦੀਆਂ। ਜਦਕਿ ਪ੍ਰਭੂ ਨੇ ਕਿਹਾ ਕਿ ਮੱਧ ਵਿੱਚ ਮਤਵਾਲਾ ਨਾ ਹੋ। ਖੁਸ਼ੀ ਕਿਹਨੇ ਦਿੱਤੀ? ਪਰਮੇਸ਼ਰ ਨੇ, ਅਤੇ ਉਹਦੀ ਦਿੱਤੀ ਖੁਸ਼ੀ ਦੇ ਵਿੱਚ ਅਸੀਂ ਬੋਤਲਾਂ ਖੋਲ ਰਹੇ ਹਾਂ। ਅਸੀਂ ਮਸੀਹ ਲੋਕ ਹਾਂ। ਕੀ ਸਾਨੂੰ ਪਰਮੇਸ਼ਰ ਦੀ ਜ਼ਰੂਰਤ ਆ? ਹੈ ਹੀ ਨਹੀਂ। ਸਾਨੂੰ ਪ੍ਰਭੂ ਦੀ ਬਸ ਇੰਨੀ ਕੀ ਜ਼ਰੂਰਤ ਆ ਵੀ ਆਸ਼ੀਸ਼ ਦੇ ਦਿਓ, ਆਨੰਦ ਦੇ ਦਿਓ, ਪੈਸਾ ਦੇ ਦਿਓ, ਪਾਰਟੀ ਕਰੀਏ। ਪਾਰਟੀ ਵਿੱਚ ਅਸੀਂ ਪਰਮੇਸ਼ਰ ਨੂੰ ਠੋਕਰ ਲਗਾ ਦਿੰਦੇ ਵੀ ਚੱਲ ਪ੍ਰਭੂ ਹੁਣ ਤੂੰ ਪਾਰਟੀ 'ਚੋਂ ਬਾਹਰ ਹੋ ਜਾ, ਕਿਉਂਕਿ ਹੁਣ ਅਸੀਂ ਇੱਥੇ ਮਹਿਫਲ ਲਾਉਣੀ ਆ। ਉਹ ਮਹਿਫਲ ਸਾਡੇ ਲਈ ਸੋਗ ਨਾਲੋਂ ਵੱਧ ਕੇ ਆ ਜਿਸ ਮਹਿਫਲ ਦੇ ਵਿੱਚ ਸਾਡੇ ਪਰਮੇਸ਼ਰ ਦਾ ਨਾਮ ਨਹੀਂ ਹੈਗਾ। ਉਹ ਮਹਿਫਲ ਸਾਨੂੰ ਨਰਕ ਦੇ ਦਰਵਾਜ਼ੇ ਨੂੰ ਖੋਲ ਕੇ ਧੱਕਾ ਮਾਰ ਕੇ ਉੱਥੇ ਲੈ ਜਾਂਦੀ ਜਿਸ ਮਹਿਫਲ ਦੇ ਵਿੱਚ ਸਾਡੇ ਪਰਮੇਸ਼ਰ ਦੀ ਬੇਅਦਬੀ ਹੁੰਦੀ ਆ। ਜਿਸ ਮਹਿਫਲ ਦੇ ਵਿੱਚ ਅਸੀਂ ਪਰਮੇਸ਼ਰ ਦੇ ਖਿਲਾਫ ਗੱਲਾਂ ਕਰਦੇ ਆ, ਉਹ ਮਹਿਫਲ ਕਿਸੇ ਸ਼ੋਕ ਵਾਲੀ ਜਗ੍ਹਾ ਨਾਲੋਂ ਘੱਟ ਨਹੀਂ ਆ ਸਾਡੇ ਲਈ। ਅਸੀਂ ਪਰਮੇਸ਼ਰ ਦੇ ਲੋਕ ਆ, ਸਾਡਾ ਆਨੰਦ ਪਰਮੇਸ਼ਰ ਆ, ਸਾਡੀ ਖੁਸ਼ੀ ਪਰਮੇਸ਼ਰ ਆ। ਹਰ ਇੱਕ ਦੀ ਤਲਾਸ਼ ਪਰਮੇਸ਼ਰ ਹੋਵੇ। ਕੋਈ ਪ੍ਰਭੂ ਨੂੰ ਗਵਾਵੇ ਨਾ, ਕੋਈ ਪਰਮੇਸ਼ਰ ਤੋਂ ਮੂੰਹ ਨਾ ਲੁਕਾਵੇ, ਕੋਈ ਉਹਦਾ ਨਾਮ ਲੈਣਾ ਛੱਡੇ ਨਾ, ਕਿਤੇ ਸੱਚਮੁੱਚ ਉਹ ਸਾਥੋਂ ਗਵਾਚ ਨਾ ਜਾਵੇ। ਪਰਮੇਸ਼ਰ ਕਹਿੰਦਾ ਦੇਖ ਮੈਂ ਤੇਰੇ ਕੋਲ ਖੜੋਤਾ, ਤੇਰੇ ਦਿਲ ਦੇ ਦਰਵਾਜ਼ੇ ਨੂੰ ਖਟਖਟਾ ਰਿਹਾ ਆ, ਖੋਲ, ਮੈਂ ਤੇਰੇ ਅੰਦਰ ਆਉਣਾ ਚਾਹੁੰਦਾ ਆ। ਤੇ ਸਾਡੇ ਦਿਲ ਦੇ ਵਿੱਚ ਰੀਨਾ ਮੀਨਾ ਟੀਨਾ ਟਿੰਕੀ ਸਭ ਕੁਝ ਭਰਿਆ ਹੋਇਆ, ਪਰ ਪ੍ਰਭੂ ਦੀ ਲਈ ਕੋਈ ਜਗ੍ਹਾ ਨਹੀਂ ਹੈਗੀ। ਹੈ ਨਹੀਂ ਪਰਮੇਸ਼ਰ ਦੇ ਲਈ ਜਗ੍ਹਾ, ਤਾਂ ਕਿੱਦਾਂ ਖੋਲ ਦਈਏ ਅਸੀਂ ਪ੍ਰਭੂ ਲਈ ਦਰਵਾਜ਼ਾ? ਅਸੀਂ ਬਾਹਰ ਹਾਊਸਫੁੱਲ ਲਿਖ ਕੇ ਲਾਇਆ ਹੋਇਆ ਕਿ ਹੈ ਨਹੀਂ ਪ੍ਰਭੂ, ਜਗ੍ਹਾ ਨਹੀਂ ਹੈਗੀ, ਖੋਲ ਹੀ ਨਹੀਂ ਰਹੀ ਅਸੀਂ ਦਰਵਾਜ਼ਾ। ਪਰ ਧੰਨ ਉਹ ਲੋਕ ਹੋਣਗੇ ਜੋ ਪਰਮੇਸ਼ਰ ਨੂੰ ਭਾਲਣਗੇ, ਕਿਉਂਕਿ ਉਹ ਉਹਨਾਂ ਨੂੰ ਲੱਭ ਪਵੇਗਾ। ਹਾਲੇਲੂਇਆ। ਕਿੰਨਾਂ ਨੂੰ ਨਹੀਂ ਲੱਭੇਗਾ ਪਰਮੇਸ਼ਰ ਅਤੇ ਕਿੰਨਾਂ ਨੂੰ ਲੱਭੇਗਾ, ਉਹ ਜਾਣਨ ਦੇ ਲਈ ਅਸੀਂ ਵਚਨ ਚੋਂ ਪੜਾਂਗੇ। ਮਤੀ 19 ਉਹਦੀ 23 ਔਰ 24 ਨੰਬਰ ਆਇਤ ਨੂੰ। ਤਦ ਯਿਸੂ ਨੇ ਆਪਣੇ ਚੇਲੇ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਧੰਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਔਖਾ ਹੈ। ਫਿਰ ਮੈਂ ਤੁਹਾਨੂੰ ਆਖਦਾ ਹਾਂ ਕਿ ਕਿਸੇ ਧੰਨਵਾਨ ਦੇ ਸਵਰਗ ਰਾਜ ਵਿੱਚ ਦਾਖਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੁਖਾਲਾ ਹੈ। ਹਾਲੇਲੂਇਆ। ਹੁਣ ਸਾਨੂੰ ਪਤਾ ਲੱਗਿਆ ਕਿ ਅਸੀਂ ਪਰਮੇਸ਼ਰ ਨੂੰ ਕਿਉਂ ਗਵਾ ਲਿਆ, ਕਿਉਂਕਿ ਅਸੀਂ ਧੰਨਵਾਨ ਹੋਣਾ ਚਾਹੁੰਦੇ ਹਾਂ। ਪਰ ਪ੍ਰਭੂ ਕੀ ਕਹਿੰਦਾ ਕਿ ਧੰਨਵਾਨ ਸਵਰਗ ਦੇ ਵਿੱਚ ਵੜ ਹੀ ਨਹੀਂ ਸਕਦਾ, ਤੇ ਸਵਰਗ ਦੇ ਵਿੱਚ ਪਰਮੇਸ਼ਰ ਵਸਦਾ ਆ। ਤੇ ਫੇਰ ਹੀ ਅਸੀਂ ਪਰਮੇਸ਼ਰ ਨਾਲ ਮਿਲਾਪ ਕਰਾਂਗੇ ਜੇ ਅਸੀਂ ਸਵਰਗ ਦੇ ਯੋਗ ਫਲ ਵੀ ਲੈ ਕੇ ਆਵਾਂਗੇ। ਸਾਡਾ ਫਲ ਕੀ ਇਸ ਸਮੇਂ ਕਿ ਸਾਡੀਆਂ ਜੇਬਾਂ ਭਰੀਆਂ ਰਹਿਣ। ਮਿਰਾਕਲ ਮਨੀ ਲਈ ਅਸੀਂ ਦੁਆਵਾਂ ਕਰਦੇ ਹਾਂ। ਬਹੁਤ ਸਾਰੀਆਂ ਚਰਚ ਦੇ ਵਿੱਚ ਅਸੀਂ ਇਸੇ ਕਰਕੇ ਜੁੜੇ ਹਾਂ ਵੀ ਮੈਂ ਸੁਣੀ ਸੀ ਕਿ ਉਹਦੇ ਖਾਤੇ 'ਚ ਇੰਨੇ ਪੈਸੇ ਆ ਗਏ, ਤੇ ਮੈਂ ਵੀ ਜਾਣੀ ਹਾਂ ਖਰੇ ਮੇਰੇ ਪੈਸੇ ਹੀ ਆ ਜਾਣ। ਫਲਾਣੇ ਦਾ ਲੋਨ ਪਾਸ ਹੋ ਗਿਆ ਸੀ ਉੱਥੇ ਚਰਚ 'ਚ ਜਾ ਕੇ, ਤੇ ਉਹਦਾ ਉਦੋਂ ਬਾਅਦ 'ਚ ਉਹਨੂੰ ਪੈਸੇ ਦੇਣੇ ਵੀ ਨਹੀਂ ਪਏ, ਮਾਫ ਵੀ ਹੋ ਗਿਆ ਸੀ, ਤੇ ਮੈਂ ਤਾਂ ਉੱਥੇ ਹੀ ਜਾਣੀ ਹਾਂ। ਸਾਡਾ ਪਹਿਲਾ ਕਨਸੈਪਟ ਸਾਡਾ ਕੀ ਆ? ਪੈਸਾ। ਪਰ ਪਰਮੇਸ਼ਰ ਕਹਿੰਦਾ ਪੈਸਾ, ਧਨ, ਦੌਲਤ ਸਾਰੀਆਂ ਬੁਰਾਈਆਂ ਦੀ ਜੜ ਆ। ਔਰ ਯੀਸ਼ੂ ਮਸੀਹ ਨੇ ਖੁਦ ਆਪਣੇ ਮੂੰਹੋਂ ਇਹ ਗੱਲ ਕਹੀ ਆ। ਵਚਨ ਸਾਨੂੰ ਕਹਿੰਦਾ ਕਿ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਕਿਸੇ ਇਨਸਾਨ ਨੇ ਨਹੀਂ ਕਿਹਾ, ਕੋਈ ਆਮ ਬੰਦੇ ਨੇ ਨਹੀਂ ਕਿਹਾ। ਕਿਹਨੇ ਕਿਹਾ? ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਸੱਚ ਆਖਦਾ ਆ। ਉਹਨੇ ਕੋਈ ਕਹਾਣੀ ਨਹੀਂ ਸੁਣਾਈ ਸੀ, ਪਰ ਸੱਚ ਸੁਣਾਇਆ ਸੀ। ਰਿਐਲਿਟੀ, ਜੋ ਰੀਅਲ ਆ, ਜੋ ਟਰੂਥ ਆ। ਕੀ ਟਰੂਥ ਆ? ਕਿ ਇੱਕ ਧੰਨਵਾਨ ਦਾ ਸਵਰਗ ਰਾਜ ਵਿੱਚ ਦਾਖਲ ਹੋਣਾ ਕਿੰਨਾ ਹੀ ਔਖਾ ਆ, ਕਿੰਨਾ ਔਖਾ ਆ। ਇੱਕ ਊਠ ਵੀ ਕਹਿੰਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਏਗਾ। ਸੂਈ ਦਾ ਨੱਕਾ ਤੇ ਊਠ ਕੋਈ ਮੇਲ ਹੀ ਨਹੀਂ ਹੈਗਾ, ਪਰ ਪ੍ਰਭੂ ਕਹਿੰਦਾ ਵੀ ਉਹ ਵੀ ਨਿਕਲ ਜਾਏਗਾ, ਕੋਈ ਮੈਚ ਨਹੀਂ ਹੈਗਾ, ਭਾਵੇਂ ਫਿਰ ਵੀ ਨਿਕਲ ਜਾਏਗਾ। ਪਰ ਧੰਨਵਾਨ ਬੰਦਾ ਸਵਰਗ ਦੇ ਵਿੱਚ ਨਹੀਂ ਵੜ ਸਕਦਾ। ਪਰ ਅਸੀਂ ਮਸੀਹੀ ਲੋਕ, ਅਸੀਂ ਕੀ ਚਾਹੁੰਦੇ ਹਾਂ? ਵੀ ਅਸੀਂ ਧੰਨਵਾਨ ਹੋਈਏ। ਇਹਦਾ ਮਤਲਬ ਅਸੀਂ ਸਿੱਧਾ ਹੀ ਰਾਹ ਬੰਦ ਕੀਤਾ ਵੀ ਪ੍ਰਭੂ ਸਾਨੂੰ ਰਾਜ ਦੀ ਲੋੜ ਨਹੀਂ, ਸਾਨੂੰ ਤਾਂ ਧਰਤੀ ਤੇ ਰਾਜ ਵਿਖਾ ਦੇ। ਸਵਰਗ ਦਾ ਰਾਜ ਕਿਹਨੇ ਵੇਖਿਆ? ਮਰਨ ਤੋਂ ਬਾਅਦ ਕਿਹੜੇ ਰਾਜ? ਅਸੀਂ ਵੀ ਗੈਰ ਕੌਮਾਂ ਦੇ ਲੋਕਾਂ ਵਾਲੀ ਸੋਚ ਰੱਖਦੇ ਹਾਂ ਵੀ ਮਰਨ ਤੋਂ ਬਾਅਦ ਕਿਹਨੇ ਵੇਖਿਆ ਕਿਹੜਾ ਰਾਜ ਆ। ਪਰ ਪਰਮੇਸ਼ਰ ਕਹਿੰਦਾ ਧੰਨਵਾਨ ਸਵਰਗ ਦੇ ਰਾਜ ਵਿੱਚ ਨਹੀਂ ਵੜੇਗਾ। ਪਰ ਅਸੀਂ ਤਾਂ ਧੰਨਵਾਨ ਹੋਣਾ ਆ ਜੀ। ਸਾਨੂੰ ਸਵਰਗ ਦੇ ਰਾਜ ਦੀ ਕੀ ਲੋੜ? ਸਾਨੂੰ ਤਾਂ ਧਰਤੀ ਤੇ ਹੀ ਰਾਜ ਮਿਲ ਜਾਏਗਾ ਜੇ ਧਨ ਮਿਲ ਗਿਆ ਤਾਂ। ਇਸੇ ਕਰਕੇ ਪਰਮੇਸ਼ਰ ਸਾਥੋਂ ਗਵਾਚ ਗਿਆ, ਤੇ ਉਹਨਾਂ ਨੂੰ ਪ੍ਰਭੂ ਨਹੀਂ ਲੱਭੇਗਾ ਜਿਹੜੇ ਧੰਨਵਾਨ ਹੋਣਾ ਚਾਹੁੰਦੇ ਆ, ਕਿਉਂ ਜੋ ਵਚਨ ਸਾਨੂੰ ਦੱਸਦਾ ਆ। ਨੈਕਸਟ ਵਚਨ ਜੋ ਪੜਾਂਗੇ ਇਬਰਾਨੀਆਂ 13 ਦੀ 5 ਔਰ 6 ਨੰਬਰ ਆਇਤ ਨੂੰ। ਤੁਹਾਡਾ ਜੀਵਨ ਮਾਇਆ ਦੇ ਲੋਭ ਤੋਂ ਦੂਰ ਰਹੇ। ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸਬਰ ਕਰੋ, ਕਿਉਂ ਜੋ ਉਹਨੇ ਆਪ ਆਖਿਆ ਹੈ,
ਭਾਈ ਮੈਂ ਤੁਹਾਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ। ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ, ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ। ਮਨੁੱਖ ਮੇਰਾ ਕੀ ਕਰ ਸਕਦਾ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਤੁਹਾਡਾ ਜੀਵਨ ਕਹਿੰਦਾ ਮਾਇਆ ਦੇ ਲੋਭ ਤੋਂ ਦੂਰ ਰਵੇ। ਪਰਮੇਸ਼ਰ ਕਿਹਨਾਂ ਨੂੰ ਮਿਲੇਗਾ? ਜਿਨ੍ਹਾਂ ਦੇ ਮਨ ਦੇ ਵਿੱਚ ਮਾਇਆ ਦਾ ਲੋਭ ਨਾ ਹੋਵੇਗਾ, ਜਿਨ੍ਹਾਂ ਦੇ ਮਨ ਦੇ ਵਿੱਚ ਪੈਸੇ ਦਾ ਲਾਲਚ ਨਾ ਹੋਵੇਗਾ, ਪਰਮੇਸ਼ਰ ਉਹਨਾਂ ਨੂੰ ਮਿਲੇਗਾ। ਕਿਉਂ ਜੋ ਕਹਿੰਦਾ ਸਬਰ ਕਰੋ, ਕਿਉਂ ਜੋ ਕਹਿੰਦਾ ਉਹਨੇ ਆਪ ਹੀ ਆਖਿਆ ਕਿ ਮੈਂ ਤੁਹਾਨੂੰ ਕਦੇ ਨਾ ਛੱਡਾਂਗਾ ਤੇ ਨਾ ਹੀ ਕਦੇ ਤਿਆਗਾਂਗਾ। ਹਾਲੇਲੂਇਆ। ਤਾਂ ਹੁਣ ਇੱਕ ਸਾਡਾ ਡਾਊਟ ਇਹ ਵੀ ਕਲੀਅਰ ਹੋਇਆ ਵੀ ਸਾਡੀਆਂ ਪ੍ਰੋਬਲਮਸ ਕਿਉਂ ਸੋਲਵ ਨਹੀਂ ਹੁੰਦੀਆਂ, ਕਿਉਂਕਿ ਸਾਨੂੰ ਪਰਮੇਸ਼ਰ ਨੇ ਕੀ ਕਿਹਾ ਕਿ ਤੁਸੀਂ ਪੈਸੇ ਦਾ ਲਾਲਚ ਨਾ ਕਰੋ। ਸਾਡਾ ਲਾਲਚ ਸਾਰਾ ਪੈਸੇ ਦਾ ਹੀ ਆ, ਸਾਨੂੰ ਚਾਹੀਦਾ ਹੀ ਪੈਸਾ ਆ। ਅਸੀਂ ਤਾਂ ਪ੍ਰਭੂ ਕੋਲੇ ਵੀ ਇਸ ਲਈ ਆਏ ਤਾਂ ਕਿ ਪ੍ਰਭੂ ਸਾਨੂੰ ਪੈਸਾ ਦੇਵੇ। ਅਸੀਂ ਇਸ ਲਈ ਆਏ ਕਿ ਪਰਮੇਸ਼ਰ ਸਾਨੂੰ ਧੰਨਵਾਨ ਕਰ ਦੇਵੇ। ਪਰ ਪਰਮੇਸ਼ਰ ਨੇ ਸਾਨੂੰ ਸਿੱਧੇ ਤਰੀਕੇ ਨਾਲ ਬਹੁਤ ਵਾਰ ਕਿਹਾ, ਅਤੇ ਇਦੋਂ ਵੱਡਾ ਸਿੱਧਾ ਤਰੀਕਾ ਕੀ ਹੋ ਸਕਦਾ ਕਿ ਯੀਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਕਿ ਧੰਨਵਾਨ ਰਾਜ ਸਵਰਗ ਦੇ ਵਿੱਚ ਨਹੀਂ ਵੜ ਸਕਦਾ, ਨਹੀਂ ਵੜ ਸਕਦਾ। ਕਿਉਂ ਚਾਹੀਦਾ ਫਿਰ ਸਾਨੂੰ ਪੈਸਾ? ਇੱਕ ਪਾਸੇ ਅਸੀਂ ਕਹਿੰਦੇ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ, ਇੱਕ ਪਾਸੇ ਅਸੀਂ ਕਹਿੰਦੇ ਆ ਵੀ ਸਾਨੂੰ ਪੈਸਾ ਮਿਲ ਜੇ, ਸਾਨੂੰ ਪੈਸਾ ਮਿਲ ਜੇ। ਫਿਰ ਕੀ ਅਸੀਂ ਝੂਠੇ ਆ? ਬਿਲਕੁਲ ਅਸੀਂ ਝੂਠੇ ਆ। ਅਸੀਂ ਜਾਂ ਤਾਂ ਇਹ ਗੱਲ ਕਹਿ ਲਓ ਵੀ ਅਸੀਂ ਆਸ਼ੀਸ਼ਾਂ ਦੇ ਪਿੱਛੇ ਆਏ ਆ ਜੀ, ਸਾਨੂੰ ਤਾਂ ਚਮਤਕਾਰ ਚਿੰਨ੍ਹ ਚਾਹੀਦੇ, ਸਾਨੂੰ ਪਰਮੇਸ਼ਰ ਨਾਲ ਕੋਈ ਮਤਲਬ ਨਹੀਂ। ਜਾਂ ਫਿਰ ਇਹ ਕਹਿ ਲਓ ਵੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ। ਮਸੀਹ ਦੇ ਵਿੱਚ ਚੱਲਣ ਦਾ ਮਤਲਬ ਕਿ ਮਸੀਹ ਦੇ ਕੰਮਾਂ ਨੂੰ ਕਰਨਾ, ਜਿਹੜੇ ਕੰਮ ਮਸੀਹ ਨੇ ਕੀਤੇ। ਮਸੀਹ ਨੇ ਤਾਂ ਕਿਤੇ ਵੀ ਨਹੀਂ ਕਿਹਾ ਵੀ ਮੈਨੂੰ ਪੈਸਾ ਮਿਲ ਜੇ, ਤੇ ਅਸੀਂ ਦੁਆਵਾਂ ਕਰਾਉਣੇ ਆ ਵੀ ਪ੍ਰਾਰਥਨਾ ਕਰੋ ਸਾਡਾ ਲੋਨ ਪਾਸ ਹੋ ਜਾਵੇ, ਪ੍ਰਾਰਥਨਾ ਕਰੋ ਜੀ ਸਾਨੂੰ ਕੰਮ ਮਿਲ ਜੇ, ਅਸੀਂ ਬਹੁਤਾ ਪੈਸਾ ਕਮਾਈਏ। ਅਸੀਂ ਕੀ ਕਰੀਏ, ਕੀ ਕਰੀਏ, ਅਸੀਂ ਕਿੱਥੇ ਜਾਈਏ? ਸਾਡੇ ਕੋਲ ਪੈਸਾ ਨਹੀਂ ਹੈਗਾ, ਸਾਡੇ ਕੋਲ ਕੰਮ ਨਹੀਂ ਬਣ ਰਿਹਾ, ਸਾਡਾ ਘਰ ਨਹੀਂ ਬਣ ਰਿਹਾ। ਸਾਡੀ ਤਲਾਸ਼ ਕਿੱਧਰ ਦੀ ਆ? ਸਾਨੂੰ ਸਮਝ ਨਹੀਂ ਆ ਰਹੀ। ਅਸੀਂ ਮਸੀਹ ਦੇ ਵਿੱਚ ਹੋ ਕੇ ਮਸੀਹ ਦੇ ਖਿਲਾਫ ਚੱਲ ਰਹੇ ਔਰ ਕਹਿ ਰਹੇ ਕਿ ਅਸੀਂ ਮਸੀਹ ਦੇ ਵਿੱਚ ਚੱਲ ਰਹੇ ਹਾਂ। ਮਸੀਹ ਵੀ ਇੱਕ ਵਾਰ ਆਪਣੇ ਮੱਥੇ ਹੱਥ ਮਾਰਦਾ ਹੋਏਗਾ ਕਿ ਇਹ ਭਗਵਾਨ, ਇਹਨਾਂ ਦੇ ਵਰਡਸ ਹੀ ਨਹੀਂ ਕਲੀਅਰ ਹੋ ਰਹੇ ਕਿ ਮੇਰੇ ਵਿੱਚ ਚੱਲ ਰਹੇ ਨੇ ਕਿ ਮੇਰੇ ਖਿਲਾਫ ਚੱਲ ਰਹੇ ਨੇ। ਮੰਗ ਪੈਸਾ ਰਹੇ ਨੇ ਔਰ ਬੋਲ ਰਹੇ ਨੇ ਕਿ ਅਸੀਂ ਮਸੀਹ ਦੇ ਵਿੱਚ ਚੱਲ ਰਹੇ ਹਾਂ। ਉਹ ਵੀ ਫਰਸਟ੍ਰੇਟ ਹੋ ਜਾਂਦਾ ਹੋਏਗਾ ਕਿ ਮੈਂ ਕੀ ਸਮਝਾਂ ਇਹਦੀ ਸਟੇਟਮੈਂਟ ਨੂੰ, ਮੈਂ ਕਿਹਨੂੰ ਲਵਾਂ ਕਿਹਨੂੰ ਨਾ ਲਵਾਂ। ਵਚਨ ਕਹਿੰਦਾ ਨਹੀਂ ਵੜ ਸਕਦਾ ਧਨੀ ਸਵਰਗ ਦੇ ਰਾਜ ਵਿੱਚ, ਇਸ ਕਰਕੇ ਛੱਡੋ। ਜਦੋਂ ਪ੍ਰਭੂ ਕਹਿੰਦਾ ਮੈਂ ਤੁਹਾਨੂੰ ਕਹਿਣਾ ਵੀ ਮੈਂ ਤੁਹਾਨੂੰ ਨਹੀਂ ਛੱਡਾਂਗਾ, ਮੈਂ ਤੁਹਾਨੂੰ ਨਹੀਂ ਤਿਆਗਾਂਗਾ, ਫਿਰ ਤੁਹਾਨੂੰ ਕਿਹੜੀ ਗੱਲ ਦੀ ਫਿਕਰ ਆ? ਕਹਿੰਦਾ ਭੋਜਨ ਵਸਤਾਂ ਮੈਂ ਤੁਹਾਨੂੰ ਦੇਵਾਂਗਾ, ਮੈਂ ਤੁਹਾਨੂੰ ਜਿਹੜੀਆਂ ਤੁਹਾਨੂੰ ਜ਼ਰੂਰਤਾਂ ਨੇ ਸਾਰੀਆਂ ਮੈਂ ਤੁਹਾਡੇ ਲਈ ਬੈਠਾ ਆ ਨਾ। ਕਹਿੰਦਾ ਜਿਹੜੇ ਜਾਨਵਰ ਆ ਉਹ ਨਾ ਬੀਜਦੇ ਨਾ ਵੱਢਦੇ, ਉਹਨਾਂ ਨੂੰ ਮੈਂ ਦਿੱਤਾ ਹੈ ਨਾ ਖਾਣ ਪੀਣ ਦੇ ਲਈ। ਜਿਹੜੇ ਪੰਛੀ ਨੇ ਨਾ ਬੀਜਦੇ ਨਾ ਵੱਢਦੇ, ਉਹ ਵੀ ਖਾਂਦੇ ਆ ਨਾ। ਕਹਿੰਦਾ ਜਿਹੜੇ ਜੰਗਲੀ ਜੜੀ ਬੂਟੀਆਂ ਨੇ ਘਰਾਂ ਵਿੱਚ ਅਸੀਂ ਪਲਾਂਟ ਲਗਾਉਣੇ, ਉਹਨਾਂ ਦੇ ਉੱਤੇ ਅਸੀਂ ਖੁਦ ਪਾਣੀ ਪਾਉਂਦੇ, ਇਸ ਕਰਕੇ ਉਹਨੂੰ ਫੁੱਲ ਲੱਗਦੇ ਨੇ। ਪਰ ਜੰਗਲੀ ਜੜੀ ਬੂਟੀਆਂ, ਜੰਗਲਾਂ ਦੇ ਵਿੱਚ ਜਿਹੜੇ ਦਰਖਤ ਇੰਨੇ ਵੱਡੇ ਵੱਡੇ ਤੇ ਵਿਸ਼ਾਲ ਦਰਖਤ ਨੇ, ਕਿੰਨੇ ਮੋਟੇ ਮੋਟੇ ਦਰਖਤ, ਕਿੰਨੇ ਸੋਹਣੇ ਵੀ ਉੱਥੇ ਫੁੱਲ ਬੂਟੀਆਂ ਵੀ ਹੁੰਦੀਆਂ ਨੇ, ਉਹਨਾਂ ਨੂੰ ਪਾਣੀ ਕੌਣ ਦਿੰਦਾ? ਉਹਨਾਂ ਨੂੰ ਵੀ ਪਰਮੇਸ਼ਰ ਦਿੰਦਾ ਆ ਨਾ। ਤਾਂ ਕਹਿੰਦਾ ਜਦੋਂ ਮੈਂ ਅਜਿਹੀਆਂ ਚੀਜ਼ਾਂ ਨੂੰ ਜਿਹੜੀਆਂ ਬੇਜਾਨ ਆ ਉਹਨਾਂ ਨੂੰ ਦੇ ਰਿਹਾ, ਤੇ ਤੁਹਾਡੇ ਵਿੱਚ ਤਾਂ ਮੈਂ ਆਪਦੇ ਜੀਵਨ ਦੇ ਸਾਹ ਫੂਕੇ ਆ, ਤੁਸੀਂ ਮੈਨੂੰ ਲੱਭਣ ਦੀ ਬਜਾਏ ਸੰਸਾਰ ਨੂੰ ਲੱਭਣ ਲੱਗੇ ਹੋ ਅਤੇ ਕਹਿ ਰਹੇ ਹੋ ਵੀ ਅਸੀਂ ਮਸੀਹ ਦੇ ਵਿੱਚ ਚੱਲਦੇ ਹਾਂ। ਇਹ ਕੀ ਚੱਲ ਰਿਹਾ ਆ? ਇਹ ਗੜਬੜ ਹੋ ਰਹੀ ਆ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਖੁਦ ਹੀ ਗੜਬੜ ਕਰੀ ਜਾ ਰਹੇ ਹਾਂ। ਪਰਮੇਸ਼ਰ ਨੂੰ ਲੱਭਣਾ ਚਾਹ ਰਹੇ ਹਾਂ ਅਸੀਂ, ਕਿਉਂਕਿ ਸਾਨੂੰ ਵੀ ਪਤਾ ਵੀ ਅਸੀਂ ਗਵਾਤਾ ਆ, ਪਰ ਲੱਭਣਾ ਕਾਹਦੇ ਲਈ ਆ? ਇਹਦੇ ਲਈ ਵੀ ਪਰਮੇਸ਼ਰ ਸਾਨੂੰ ਦੁੱਖਾਂ ਤੋਂ ਆਜ਼ਾਦ ਕਰੇ, ਇਹਦੇ ਲਈ ਕਿ ਸਾਡੇ ਵੀਜ਼ੇ ਲੱਗ ਜਾਣ, ਇਹਦੇ ਲਈ ਕਿ ਸਾਨੂੰ ਜੌਬ ਮਿਲ ਜੇ, ਇਹਦੇ ਲਈ ਵੀ ਅਸੀਂ ਗੱਡੀ ਲੈ ਲਈਏ। ਲਾਲਚ ਦੇ ਲਈ ਲੱਭ ਰਹੇ ਅਸੀਂ ਪਰਮੇਸ਼ਰ ਨੂੰ, ਪਰ ਜਿਹੜੇ ਲਾਲਚ ਦੇ ਲਈ ਲੱਭਣ ਆਏ ਪਰਮੇਸ਼ਰ, ਉਹਨਾਂ ਨੂੰ ਨਹੀਂ ਮਿਲੇਗਾ। ਪਰਮੇਸ਼ਰ ਦੇ ਧਰਮ ਦੇ ਕੰਮ ਕਰੋ, ਪੂਰੇ ਮਨ ਦੇ ਨਾਲ, ਪੂਰੇ ਦਿਲ ਤੋਂ ਲੱਭੋ। ਕਿਉਂ ਜੋ ਪਰਮੇਸ਼ਰ ਸਾਨੂੰ ਦੱਸਦਾ ਵੀ ਇੱਕ ਇਨਸਾਨ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਜਾਂ ਪੈਸੇ ਨੂੰ ਪਿਆਰ ਕਰੇਗਾ ਤੇ ਪੈਸੇ ਨਾਲ ਵਫਾਦਾਰ ਰਹੇਗਾ, ਜਾਂ ਪਰਮੇਸ਼ਰ ਨੂੰ ਪਿਆਰ ਕਰੇਗਾ ਤੇ ਪਰਮੇਸ਼ਰ ਨਾਲ ਵਫਾਦਾਰ ਰਹੇਗਾ। ਪੈਸੇ ਨਾਲ ਵਫਾਦਾਰ ਹੋਣਾ ਸਾਨੂੰ ਸੌਖਾ ਲੱਗਦਾ ਕਿਉਂਕਿ ਪੈਸਾ ਤਾਂ ਸਾਡਾ ਆਪਣਾ ਹੀ ਆ। ਪ੍ਰਭੂ ਦੇ ਨਾਲ ਸਾਨੂੰ ਵਫਾਦਾਰ ਹੋਣਾ ਔਖਾ ਲੱਗਦਾ ਕਿਉਂਕਿ ਪਰਮੇਸ਼ਰ ਸਾਡਾ ਥੋੜ੍ਹੀ ਆ। ਪਰਮੇਸ਼ਰ ਤਾਂ ਸਵਰਗ ਦਾ ਆ, ਅਸੀਂ ਸਵਰਗ ਦੇ ਥੋੜ੍ਹੀ, ਅਸੀਂ ਤਾਂ ਧਰਤੀ ਦੇ ਹਾਂ। ਤੇ ਅਸੀਂ ਫਿਰ ਧਰਤੀ ਦੇ ਮਾਲਕ ਦੀ ਪੂਜਾ ਕਰ ਲਈਏ, ਕਿਉਂ ਅਸੀਂ ਸਵਰਗ ਦੇ ਮਾਲਕ ਨਾਲ ਪੰਗੇ ਲੈ ਰਹੇ ਹਾਂ? ਇੱਕ ਦੇ ਹੋ ਜਾਓ ਨਾ, ਫਿਰ ਇੱਕੋ ਦੇ ਹੋ ਕੇ ਪੂਜਾ ਕਰ ਲਓ, ਇੱਕ ਨਾਲ ਤਾਂ ਵਫਾਦਾਰ ਰਹੋ। ਇਹ ਕਹਿ ਕੇ ਕਿ ਅਸੀਂ ਪ੍ਰਭੂ ਦੇ ਹਾਂ ਤੇ ਮੰਗ ਅਸੀਂ ਪੈਸਾ ਰਹੇ ਹਾਂ, ਅਸੀਂ ਗੁਨੇਗਾਰ ਹੋ ਰਹੇ ਹਾਂ। ਅਸੀਂ ਗੁਨਾਹਾਂ ਦੀ ਮਾਫੀ ਦੇ ਲਈ ਤੌਬਾ ਕਰਨੀ ਹੈ, ਤੇ ਤੌਬਾ ਦਾ ਤਾਂ ਸਾਨੂੰ ਫੇਰ ਹੀ ਪਤਾ ਲੱਗੇ ਜੇ ਸਾਨੂੰ ਗੁਨਾਹ ਦਾ ਪਤਾ ਲੱਗੇ। ਸਾਡੇ ਗੁਨਾਹ ਇਹੀ ਹੈ ਕਿ ਅਸੀਂ ਲਾਲਚੀ,
ਸਾਡਾ ਮੰਗਣਾ ਬਿਲਕੁਲ ਮਤਲਬ ਨਾ ਭਰਿਆ ਹੋਇਆ, ਅਸੀਂ ਸਾਫ਼ ਦਿਲ ਦੇ ਨਾਲ ਕੁਛ ਮੰਗਦੇ ਹੀ ਨਹੀਂ। ਹਾਂ, ਇਹ ਗੱਲਾਂ ਸੱਚੀਆਂ ਆ, ਇਹ ਗੱਲਾਂ ਕੋਈ ਕਹਿੰਦਾ ਨਹੀਂ ਹੈਗਾ, ਕਿਉਂਕਿ ਜੇ ਕੋਈ ਕਹਿੰਦਾ ਆ ਤਾਂ ਉਹਨੂੰ ਇਹ ਆ ਵੀ ਮੇਰੇ ਲੋਕ ਮੈਥੋਂ ਟੁੱਟ ਜਾਣਗੇ। ਮੈਨੂੰ ਭੀੜ ਇਕੱਠੀ ਕਰਨ ਦੇ ਨਾਲ ਨਹੀਂ ਹੈਗਾ, ਮੈਂ ਕਿਸੇ ਨੂੰ ਆਪਣੇ ਨਾਲ ਨਹੀਂ ਜੋੜਨਾ। ਮੈਂ ਚਾਹੁੰਦੀ ਹਾਂ ਵੀ ਤੁਹਾਡਾ ਕਨੈਕਸ਼ਨ ਸਵਰਗ ਨਾਲ ਅਤੇ ਪਰਮੇਸ਼ਰ ਦੇ ਨਾਲ ਹੋਵੇ। ਮੈਨੂੰ ਕੋਈ ਜਾਣੇ ਚਾਹੇ ਨਾ ਜਾਣੇ, ਮੈਂ ਚਰਚ ਅੱਜ ਬਣਾਵਾਂ 10 ਸਾਲ ਤੱਕ ਵੀ ਨਾ ਬਣਾਵਾਂ, ਕੋਈ ਪ੍ਰੋਬਲਮ ਨਹੀਂ ਮੈਨੂੰ, ਕਿਉਂਕਿ ਮੈਂ ਇਹ ਸਭ ਕੁਝ ਚਰਚ ਬਣਾਉਣ ਦੇ ਲਈ, ਚਰਚ ਦੇ ਵਿੱਚ ਭੀੜ ਇਕੱਠੀ ਕਰਨ ਦੇ ਲਈ ਨਹੀਂ ਕਰ ਰਹੀ ਹਾਂ। ਜੇ ਮੇਰਾ ਮਕਸਦ ਭੀੜ ਇਕੱਠੀ ਕਰਨ ਦਾ ਹੁੰਦਾ, ਹੁਣ ਤੱਕ ਮੈਂ ਚਰਚ ਬਣਾ ਚੁੱਕੀ ਹੁੰਦੀ। ਪ੍ਰਭੂ ਨੇ ਬਹੁਤ ਬਰਕਤ ਦਿੱਤੀ ਹੈ ਮੇਰੇ ਪਰਿਵਾਰ ਦੇ ਹੱਥ ਦੇ ਕੰਮ ਦੇ ਵਿੱਚ। ਪ੍ਰਭੂ ਦੀ ਕਿਰਪਾ ਨਾਲ ਸਾਡਾ ਘਰ ਬਹੁਤ ਖੁੱਲ੍ਹਾ ਆ, ਬਹੁਤ ਖੁੱਲ੍ਹੀ ਡੁੱਲੀ ਜਗ੍ਹਾ। ਮੈਂ ਆਪਣੇ ਘਰ ਹੀ 500 ਬੰਦੇ ਲਈ ਚਰਚ ਬਣਾ ਸਕਦੀ ਹਾਂ, ਇੰਨਾ ਖੁੱਲ੍ਹਾ ਸਾਡਾ ਘਰ ਆ। ਪਰ ਮੈਨੂੰ ਇਸ ਭੀੜ ਦੇ ਨਾਲ ਹੈ ਨਹੀਂ ਮਤਲਬ, ਮੈਂ ਭੀੜ ਇਕੱਠੀ ਨਹੀਂ ਕਰਨੀ। ਗੁੰਗੇ ਬੋਲੇ ਆਉਂਦੇ ਆ, ਬਹਿ ਕੇ ਚਲੇ ਜਾਂਦੇ ਆ, ਰਸ਼ ਵੇਖਦੇ ਆ, ਰਸ਼ ਦੇ ਹੱਥ 'ਚ ਕਿੰਨੇ ਪੈਸੇ ਆ, ਉਹ ਲੈਣ ਦੇ ਲਈ ਮੈਂ ਇਹ ਕੰਮ ਨਹੀਂ ਕਰਨਾ। ਮੇਰਾ ਮਕਸਦ ਪ੍ਰਭੂ ਦਾ ਵਚਨ ਪਹੁੰਚਾਉਣਾ ਆ। ਔਰ ਗ੍ਰੈਂਡ ਕੰਮ ਕਰ ਰਹੇ ਆਪਾਂ ਘਰ ਬੈਠੇ ਹੀ। ਪ੍ਰਭੂ ਦੀ ਕਿਰਪਾ ਦੇ ਨਾਲ ਹਰ ਰੋਜ਼ 1200 ਤੋਂ 1400 ਬੰਦਾ ਵਚਨ ਸੁਣਦਾ ਸਵੇਰ ਸ਼ਾਮ ਦਾ, ਘਰ ਬੈਠੇ ਹੀ, ਬਿਨਾਂ ਕਿਸੇ ਇਮਾਰਤ ਤੋਂ, ਬਿਨਾਂ ਕਿਸੇ ਮਤਲਬ ਤੋਂ, ਫ੍ਰੀ ਦੇ ਵਿੱਚ ਘਰਾਂ ਦੇ ਵਿੱਚ ਵਚਨ ਪਹੁੰਚ ਰਿਹਾ। ਪ੍ਰਭੂ ਦੀ ਸੇਵਕਾਈ ਇਸ ਤੋਂ ਵੱਡੀ ਨਹੀਂ ਹੋ ਸਕਦੀ, ਔਰ ਮੇਰੇ ਲਈ ਇਹ ਬਹੁਤ ਆ, ਮੇਰੇ ਲਈ ਇੰਨਾ ਹੀ ਕਾਫੀ ਹੈ। ਮੈਨੂੰ ਵਗ ਇਕੱਠਾ ਕਰਨ ਨਾਲ ਨਹੀਂ ਹੈਗਾ। ਜਿਹਨੂੰ ਗੱਲਾਂ ਕੌੜੀਆਂ ਲੱਗਦੀਆਂ ਛੱਡ ਦੇਵੇ, ਜਿਹਨੂੰ ਚੰਗੀਆਂ ਲੱਗਦੀਆਂ ਗ੍ਰਹਿਣ ਕਰ ਲਵੇ, ਕਿਉਂਕਿ ਜਿਹੜਾ ਖਰੀ ਸਿੱਕਿਆਂ ਨੂੰ ਫੜੇਗਾ ਉਹੀ ਬਚਾਇਆ ਜਾਵੇਗਾ। ਜਿਹੜਾ ਮਿੱਠੀਆਂ ਗੋਲੀਆਂ ਵਿੱਚ ਆਏਗਾ ਉਹ ਨਹੀਂ ਬਚ ਸਕਦਾ, ਕਿਉਂਕਿ ਵਚਨ ਸਾਨੂੰ ਖੁਸ਼ ਕਰਨ ਦੇ ਲਈ ਨਹੀਂ ਆ। ਇਹ ਵਚਨ ਕਿਸੇ ਦੀ ਜ਼ਿੰਦਗੀ ਦੇ ਵਿੱਚ ਗੋਲੀ ਬਣ ਕੇ ਲੱਗੇ ਤਾਂ ਲੱਗੇ, ਕਿਸੇ ਦੀ ਜ਼ਿੰਦਗੀ 'ਚ ਸੂਈ ਬਣ ਕੇ ਚੁੱਭੇ ਤਾਂ ਚੁੱਭੇ। ਇਹ ਵਚਨ ਆ, ਇਹ ਜੋ ਵੀ ਸਾਨੂੰ ਦੱਸੇਗਾ ਨਾ ਉਹ ਖਰਾ ਦੱਸੇਗਾ ਅਤੇ ਉਹ ਸਾਡੀ ਜ਼ਿੰਦਗੀ ਨੂੰ ਸਹੀ ਕਰਨ ਵਾਲਾ ਹੋਏਗਾ। ਜਿਹੜਾ ਤਾਂ ਸਹੀ ਚਾਲ ਚੱਲੇਗਾ ਉਹ ਸੁਣੇਗਾ ਅਤੇ ਉਸੇ ਹਿਸਾਬ ਨਾਲ ਚੱਲੇਗਾ। ਜਿਹੜਾ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਆਇਆ ਵੀ ਮੈਂ ਖੁਸ਼ ਹੋ ਜਾਂ, ਮੇਰੇ ਹਿਸਾਬ ਦਾ ਵਚਨ ਹੋਵੇ, ਉਹ ਬੰਦਾ ਸੋਚ ਲੇ, ਆਪਣੀ ਜਗ੍ਹਾ ਲੱਭ ਲੇ, ਕਿਉਂਕਿ ਇੱਥੇ ਤੁਹਾਡੇ ਹਿਸਾਬ ਦਾ ਵਚਨ ਨਹੀਂ, ਇੱਥੇ ਪ੍ਰਭੂ ਦੇ ਹਿਸਾਬ ਦਾ ਵਚਨ ਹੋਏਗਾ ਜੋ ਖਰਾ ਅਤੇ ਸੱਚਾ ਆ। ਜੋ ਖਰੀ ਸੱਚੀ ਚਾਲ ਚੱਲਣਾ ਚਾਹੁੰਦਾ ਇਹਨੂੰ ਸੁਣੇ ਅਤੇ ਉਹਦੇ ਹਿਸਾਬ ਨਾਲ ਚੱਲੇ, ਕਿਉਂਕਿ ਜੇ ਸਵਰਗ ਜਾਓਗੇ ਤਾਂ ਤੁਸੀਂ ਜਾਓਗੇ, ਮੈਨੂੰ ਹੱਥ ਫੜ ਕੇ ਨਾਲ ਨਹੀਂ ਲੈ ਕੇ ਜਾਣਾ ਤੁਸੀਂ। ਜੇ ਤੁਸੀਂ ਪ੍ਰਭੂ ਦੇ ਵਚਨਾਂ 'ਤੇ ਚੱਲੋਗੇ, ਪ੍ਰਭੂ ਤੁਹਾਨੂੰ ਛੋਏਗਾ, ਦੁੱਖ ਰੋਗ ਬਿਮਾਰੀਆਂ ਤੋਂ ਅਗਰ ਆਜ਼ਾਦ ਕਰੇਗਾ, ਜਾਂ ਫਿਰ ਸਵਰਗ ਦੇ ਲਈ ਦਰਵਾਜ਼ੇ ਖੋਲ੍ਹੇਗਾ। ਇਸ ਵਚਨ ਨੂੰ ਸੁਣ ਕੇ ਅਗਰ ਵਿਸ਼ਵਾਸ ਕਰੋਗੇ ਤਾਂ ਤੁਹਾਡੇ ਖੁੱਲ੍ਹਣਗੇ। ਹੋ ਸਕਦਾ ਮੈਨੂੰ ਤਾਂ ਪਰਮੇਸ਼ਰ ਇੱਥੇ ਹੀ ਛੱਡ ਜਾਵੇ ਕਿ ਮੈਂ ਵੀ ਤਾਂ ਗੁਨੇਗਾਰ, ਮੈਂ ਵੀ ਤਾਂ ਪਾਪੀ ਹਾਂ, ਮੇਰੇ ਤੋਂ ਵੀ ਹੋ ਜਾਂਦੀਆਂ ਆ। ਆਪਣੀ ਜ਼ਿੰਦਗੀ ਨੂੰ ਸਿੱਧ ਬਣਾਉਣ ਦੇ ਲਈ ਖਰੀ ਸਿੱਖਿਆ ਵੱਲ ਧਿਆਨ ਦਿਓ। ਮਿੱਠੀਆਂ ਗੋਲੀਆਂ ਲੈਣ ਦੇ ਲਾਲਚੀ ਨਾ ਬਣੋ। ਆਪਣੇ ਮੂੰਹ ਮੀਆਂ ਮਿੱਠੂ ਬਣਨ ਦੀ ਜ਼ਰੂਰਤ ਨਹੀਂ ਕਿ ਅਸੀਂ ਬੜੇ ਚੰਗੇ ਹਾਂ। ਪਰਮੇਸ਼ਰ ਦੀ ਨਿਗਾਹ ਦੇ ਵਿੱਚ ਡਾਊਨ ਹੋ ਕੇ, ਨੀਵੇਂ ਹੋ ਜਾਓ, ਝੁਕ ਜਾਓ ਕਿ ਪਰਮੇਸ਼ਰ ਮਾਫ਼ ਕਰ, ਕਿਉਂ ਜੋ ਅਸੀਂ ਗਲਤੀਆਂ ਦੇ ਪੁਤਲੇ ਹਾਂ। ਬੜੀਆਂ ਗਲਤੀਆਂ ਗੁਨਾਹ ਸਾਤੋਂ ਹੋ ਜਾਂਦੇ, ਇਸ ਕਰਕੇ ਤੂੰ क्षमा ਕਰ। ਅੱਜ ਸ਼ਾਮ ਦੇ ਸਮੇਂ ਵਿੱਚ ਇਸੇ ਵਚਨ ਦੇ ਲੈ ਕੇ ਖਾਸ ਦੁਆ ਕਰਾਂਗੇ ਕਿ ਸਾਨੂੰ ਪ੍ਰਾਰਥਨਾ ਕਰਨੀ ਕਿੱਦਾਂ ਚਾਹੀਦੀ ਆ। ਤਾਂ ਅੱਜ ਦੇ ਵਚਨ ਦੇ ਦੁਆਰਾ ਅਸੀਂ ਜਾਣਿਆ ਕਿ ਕਿੱਦਾਂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਅਤੇ ਕਿੱਦਾਂ ਨਹੀਂ। ਕਿੱਦਾਂ ਪ੍ਰਾਪਤ ਕਰਨਾ? ਖਰੀ ਚਾਲ ਚੱਲ ਕੇ, ਵਚਨਾਂ ਦੇ ਅਨੁਸਾਰ ਚੱਲ ਕੇ, ਵਾਅਦਿਆਂ ਦੇ ਅਨੁਸਾਰ ਚੱਲ ਕੇ, ਸੱਚੇ ਮਨ ਦੇ ਨਾਲ, ਪੂਰੇ ਦਿਲ ਦੇ ਨਾਲ, ਧਾਰਮਿਕਤਾ ਦੇ ਕੰਮ ਕਰਕੇ, ਪ੍ਰਭੂ ਦੇ ਵੱਲ ਪਸੰਦ ਆਉਣ ਵਾਲੇ ਕੰਮ ਕਰਕੇ, ਪੈਸੇ ਦਾ ਲਾਲਚ ਛੱਡ ਕੇ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਹਾਂ। ਬੁਰੀ ਚਾਲ ਚੱਲ ਕੇ, ਪੈਸੇ ਦਾ ਲੋਭ ਰੱਖ ਕੇ, ਲਾਲਚੀ ਮਨ ਦੇ ਨਾਲ ਦੁਆ ਕਰਕੇ, ਸੰਸਾਰਿਕ ਦਿਖਾਵੇ ਦੇ ਲਈ ਦੁਆਵਾਂ ਕਰਕੇ ਅਸੀਂ ਪਰਮੇਸ਼ਰ ਨੂੰ ਨਹੀਂ ਪਾ ਸਕਦੇ, ਕਿਉਂਕਿ ਪਰਮੇਸ਼ਰ ਡਬਲ ਮਾਈਂਡਡ ਨਹੀਂ ਹੈਗਾ। ਪਰਮੇਸ਼ਰ ਦੀ ਇੱਕੋ ਸੋਚ ਆ ਜਿਹੜੀ ਆਦਿ ਤੋਂ ਅੰਤ ਤੱਕ ਇੱਕ ਹੀ ਰਹੇਗੀ। ਔਰ ਉਸੇ ਇੱਕੋ ਸੋਚ ਦੇ ਵਿੱਚ ਪਰਮੇਸ਼ਰ ਇਹ ਕਹਿੰਦਾ ਕਿ ਜੋ ਸਾਰੇ ਦਿਲ ਦੇ ਨਾਲ ਧਾਰਮਿਕਤਾ ਦੇ ਕੰਮ ਕਰਕੇ, ਮੇਰੇ ਹੁਕਮਾਂ, ਮੇਰੇ ਵਿਧੀਆਂ ਦੀ ਪਾਲਣਾ ਕਰਕੇ ਮੈਨੂੰ ਲੱਭੇਗਾ ਤੇ ਮੈਂ ਉਹਨੂੰ ਲੱਭ ਪਾਵਾਂਗਾ। ਤਾਂ ਅੱਜ ਤੋਂ ਹੋ ਜੋ ਸ਼ੁਰੂ ਪ੍ਰਭੂ ਦੇ ਨਾਲ ਵਫਾਦਾਰੀ ਦੀ ਜ਼ਿੰਦਗੀ ਦੇ ਵਿੱਚ। ਜੋ ਵਚਨ ਪੜ੍ਹੋ ਉਹਨੂੰ ਜ਼ਿੰਦਗੀ 'ਚ ਅਪਲਾਈ ਕਰਨਾ ਸ਼ੁਰੂ ਕਰੋ, ਕਿਉਂਕਿ ਅਸੀਂ ਕਿਸੇ ਇਨਸਾਨ ਦੇ ਦਿਮਾਗ ਦੀ ਖੇਡ ਨਹੀਂ ਹਾਂ। ਅਸੀਂ ਕਿਸੇ ਇਨਸਾਨ ਦੇ ਹੱਥ ਦੇ ਕਠਪੁਤਲੇ ਨਹੀਂ ਹਾਂ। ਸਾਡਾ ਰਿਸ਼ਤਾ ਪਰਮੇਸ਼ਰ ਦੇ ਨਾਲ ਸਿੱਧਾ ਆ ਤੇ ਉਹ ਸਵਰਗ ਜਾਣ ਦਾ ਰਸਤਾ ਅਤੇ ਇੱਕੋ ਨਾਮ ਸਿਰਫ ਯਿਸੂ ਦਾ ਨਾਮ ਆ। ਉਹਦੇ ਨਾਮ ਦੇ ਵਿੱਚ ਲਾਲਚੀ ਹੋ ਕੇ ਨਹੀਂ, ਧਾਰਮਿਕਤਾ ਦੇ ਲਈ ਪਰਮੇਸ਼ਰ ਤੋਂ ਮੰਗੋ ਤੇ ਪਰਮੇਸ਼ਰ ਦੇਵੇਗਾ। ਪਰਮੇਸ਼ਰ ਨੂੰ ਲੱਭ ਲਓ। ਪਰਮੇਸ਼ਰ ਸਾਡਾ ਹੀ ਆ। ਬੇਸ਼ੱਕ ਸਾਡੇ ਤੋਂ ਗਵਾਚ ਗਿਆ, ਪਰ ਉਹ ਸਾਡੀ ਤਲਾਸ਼ ਕਰਦਾ ਕਿ ਜਦੋਂ ਤੁਸੀਂ ਮੈਨੂੰ ਲੱਭੋਗੇ, ਮੈਂ ਤੁਹਾਨੂੰ ਲੱਭ ਕੇ ਤੁਹਾਨੂੰ ਸਾਰੀ ਗੁਲਾਮੀ ਤੋਂ ਆਜ਼ਾਦ ਕਰਾਂਗਾ। ਹਾਲੇਲੂਇਆ। ਤਾਂ ਆਵਾਜ਼ ਇਹਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ। ਤਾਰੀਫ ਕਰਦੇ ਖੁਦਾਵੰਦ ਖੁਦਾ, ਤੁਹਾਡੇ ਸਾਮਰਥੀ ਨਾਮ ਦੀ ਤਾਰੀਫ, 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 ਤਾਰੀਫ ਕਰਦੇ ਖੁਦਾਵੰਦ ਖੁਦਾ। ਸੱਚਮੁੱਚ ਤੁਸੀਂ ਮਹਾਨ, ਪਵਿੱਤਰ, ਆਜ਼ਾਦ ਅਤੇ ਦਇਆ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਤੁਸੀਂ ਆਪਣੀ ਕਿਰਪਾ, ਆਸ਼ੀਸ਼, ਬਰਕਤ ਦੇ ਨਾਲ ਭਰਨ ਵਾਲੇ ਪਰਮੇਸ਼ਰ ਹੋ ਖੁਦਾਵੰਦ।
ਸੱਚਮੁੱਚ ਤੁਸੀਂ ਆਪਣੇ ਦੂਤਾਂ ਦੇ ਦੁਆਰਾ ਸਾਨੂੰ ਬਲੈਸ ਕਰਦੇ ਹੋ ਪ੍ਰਭੂ ਜੀ। ਖੁਦਾਵੰਦ ਰਾਤ ਭਰ ਵਿੱਚ ਤੁਸੀਂ ਸਾਨੂੰ ਮਿੱਠੀ ਪਿਆਰੀ ਨੀਂਦ ਦਿੱਤੀ, ਆਪਣੇ ਦੂਤਾਂ ਦੇ ਦੁਆਰਾ ਸਾਡੀ ਰਕਸ਼ਾ ਹਿਫਾਜ਼ਤ ਕੀਤੀ। ਸੱਚਾ ਸਹਾਇਕ ਪਵਿੱਤਰ ਆਤਮਾ ਨੇ ਸਾਨੂੰ ਸੰਭਾਲਿਆ ਪਰਮੇਸ਼ਰ ਪਿਤਾ। ਸੱਚਮੁੱਚ ਤੁਸੀਂ ਆਪਣੇ ਹੱਥਾਂ ਦੇ ਵਿੱਚ ਆਪਣੇ ਖੰਭਾਂ ਦੇ ਹੇਠਾਂ ਸਾਨੂੰ ਢੱਕਿਆ ਪ੍ਰਭੂ ਜੀ। ਅਸੀਂ ਪਾਪੀ ਅਤੇ ਗੁਨਹਗਾਰ ਹਾਂ ਖੁਦਾਵੰਦ, ਫਿਰ ਵੀ ਤੁਸੀਂ ਵਾਰ-ਵਾਰ ਸਾਨੂੰ ਸੰਭਾਲਦੇ, ਸਾਨੂੰ ਸ਼ੁੱਧ ਕਰਦੇ, ਸਾਨੂੰ ਪਵਿੱਤਰ ਆਜ਼ਾਦ ਕਰਨ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਨਾ ਮੈਂ ਤੁਹਾਨੂੰ ਕਦੇ ਛੱਡਾਂਗਾ ਤੇ ਨਾ ਹੀ ਕਦੇ ਤਿਆਗਾਂਗਾ। ਖੁਦਾਵੰਦ ਤੁਸੀਂ ਇਸ ਵਾਅਦੇ ਨੂੰ ਸਾਡੇ ਨਾਲ ਪੂਰਿਆਂ ਕਰਦੇ ਹੋ ਪਿਤਾ ਪਰਮੇਸ਼ਰ। ਪਰ ਅਸੀਂ ਆਪਣੀ ਪੁੱਠੀ ਚਾਲ ਚੱਲਦੇ ਹੋਏ, ਅਸੀਂ ਪਾਪ ਦੇ ਵਿੱਚ ਡਿੱਗ ਕੇ ਪਿਤਾ ਪਰਮੇਸ਼ਰ, ਅਸੀਂ ਤੁਹਾਨੂੰ ਕ੍ਰੋਧਵਾਨ ਕੀਤਾ ਅਤੇ ਅਸੀਂ ਤੁਹਾਨੂੰ ਗਵਾ ਲਿਆ ਪ੍ਰਭੂ ਜੀ, ਕਿਉਂ ਜੋ ਅੱਜ ਸਾਨੂੰ ਤੁਹਾਨੂੰ ਲੱਭਣ ਦੀ ਜ਼ਰੂਰਤ ਹੈ। ਖੁਦਾਵੰਦ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਪਰਮੇਸ਼ਰ ਪਿਤਾ, ਤਾਂ ਜੋ ਸੱਚੇ ਮਨ ਦੇ ਨਾਲ, ਰੂਹ ਸੱਚਾਈ ਦੇ ਨਾਲ ਤੁਹਾਡੇ ਅੱਗੇ ਜੁੜੇ ਰਹੀਏ ਪਿਤਾ ਪਰਮੇਸ਼ਰ। ਤੁਹਾਡੀ ਹਜ਼ੂਰੀ ਵਿੱਚ ਸਿਰ ਝੁਕਾਈਏ ਖੁਦਾਵੰਦ, ਤੁਹਾਡੀ ਦਇਆ ਕਿਰਪਾ ਆਸ਼ੀਸ਼ ਦੇ ਵਿੱਚ ਬਣੇ ਰਹੀਏ ਪ੍ਰਭੂ ਜੀ। ਸਾਡੀ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਪਿਤਾ ਪਰਮੇਸ਼ਰ। ਸਾਡੇ ਮੂੰਹ ਚੋਂ ਨਿਕਲਿਆ ਗਿਆ ਹਰ ਇੱਕ ਸ਼ਬਦ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਹੋਵੇ ਪਰਮੇਸ਼ਰ ਪਿਤਾ। ਸੱਚਮੁੱਚ ਤੁਸੀਂ ਫ੍ਰੀ ਕਰੋ, ਆਜ਼ਾਦ ਕਰੋ, ਚੰਗਿਆ ਕਰੋ, ਪਵਿੱਤਰ ਕਰੋ, ਸ਼ੁੱਧ ਕਰੋ, ਦਇਆ ਕਰੋ ਮਹਾਨ ਪਰਮੇਸ਼ਰ। ਮਦਦ ਸਹਾਇਤਾ ਅਗਵਾਈ ਕਰੋ ਪਿਤਾ ਪਰਮੇਸ਼ਰ, ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੀ ਚਾਲ ਚੱਲਦੇ ਹੋਏ ਤੁਹਾਡੇ ਰਾਹ ਦੇ ਵਿੱਚ ਚੱਲੀਏ, ਤੁਹਾਡੇ ਨਾਮ ਦੇ ਵਿੱਚ ਵਾਧੇ ਚਲੇ ਜਾਈਏ, ਤੁਹਾਡੀ ਦਇਆ ਕਿਰਪਾ ਆਸ਼ੀਸ਼ ਦੇ ਵਿੱਚ ਚੱਲੀਏ ਪਿਤਾ ਪਰਮੇਸ਼ਰ। ਤੁਹਾਡਾ ਸਦਾ ਦਾ ਨੇਮ ਸਾਡੇ ਨਾਲ ਬੰਨਿਆ ਜਾਵੇ ਪਿਤਾ ਪਰਮੇਸ਼ਰ। ਆਪਣੇ ਦੂਤਾਂ ਦੇ ਦੁਆਰਾ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਪ੍ਰਭੂ ਜੀ। ਸੱਚਮੁੱਚ ਖੁਦਾਵੰਦ ਤੁਸੀਂ ਪਵਿੱਤਰ ਕਰਨ ਵਾਲੇ ਪਰਮੇਸ਼ਰ ਹੋ ਪਿਤਾ, ਤੁਸੀਂ ਪਾਪੀਆਂ ਨੂੰ ਬਖਸ਼ਣ ਵਾਲੇ ਪਰਮੇਸ਼ਰ ਹੋ ਪ੍ਰਭੂ ਜੀ। ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ, ਜੋ ਕੋਈ ਮੇਰੇ ਹੁਕਮਾਂ ਔਰ ਮੇਰੇ ਵਿਧੀਆਂ ਦੀ ਪਾਲਣਾ ਕਰੇਗਾ ਤੇ ਮੈਂ ਧਰਤੀ ਦੀਆਂ ਸਾਰੀਆਂ ਆਸ਼ੀਸ਼ਾਂ ਉਹਨਾਂ ਨੂੰ ਦੇਵਾਂਗਾ। ਖੁਦਾਵੰਦ ਅਸੀਂ ਤੁਹਾਡੇ ਹੁਕਮਾਂ, ਤੁਹਾਡੇ ਵਿਧੀਆਂ ਦੀ ਪਾਲਣਾ ਕਰਨ ਵਾਲੇ ਹੋ ਜਾਈਏ, ਤੁਹਾਡੇ ਰਾਹਾਂ ਦੇ ਵਿੱਚ ਚੱਲਦੇ ਜਾਈਏ, ਤੁਹਾਡੇ ਵਚਨਾਂ ਨੂੰ ਯਾਦ ਰੱਖੀਏ, ਤੁਹਾਡੀ ਦਇਆ ਕਿਰਪਾ ਦੇ ਅਧਿਕਾਰੀ ਹੋਵੇ ਪਿਤਾ ਪਰਮੇਸ਼ਰ। ਅਸੀਂ ਤੁਹਾਡੀਆਂ ਭੇਡਾਂ ਦੀ ਤਰ੍ਹਾਂ ਤੁਹਾਡੀ ਆਵਾਜ਼ ਨੂੰ ਸੁਣੀਏ, ਤੁਹਾਡੇ ਪਿੱਛੇ ਚੱਲੀਏ ਤੇ ਸਦੀਪਕ ਜੀਵਨ ਦੀਆਂ ਅਧਿਕਾਰੀ ਹੋਈਏ ਪਿਤਾ ਪਰਮੇਸ਼ਰ। ਅਸੀਂ ਅਸ਼ੁੱਧ ਮਨੁੱਖਾਂ ਵਰਗੇ ਨਾ ਹੋਈਏ, ਸਾਡੇ ਆਤਮਾ ਦੇ ਵਸਤਰ ਮੈਲੇ ਨਾ ਹੋਣ ਪ੍ਰਭੂ ਜੀ। ਅਸੀਂ ਕੁਮਲਾਏ ਹੋਏ ਪੱਤਿਆਂ ਜਿਹੇ ਨਾ ਹੋਈਏ, ਪਰ ਅਸੀਂ ਸੁਗੰਧਿਤ ਫੁੱਲ ਦੀ ਤਰ੍ਹਾਂ ਹੋਰਨਾਂ ਨੂੰ ਖੁਸ਼ਬੂ ਅਤੇ ਖੁਸ਼ੀ ਦਈਏ ਪਿਤਾ ਪਰਮੇਸ਼ਰ। ਅਸੀਂ ਬਹੁਤਿਆਂ ਦੇ ਕੰਮ ਆਉਣ ਵਾਲੇ ਹੋ ਜਾਈਏ ਪਿਤਾ ਜੀ। ਸਾਡਾ ਲੇਖਾ ਤੁਹਾਡੇ ਨਾਮ ਦੇ ਵਿੱਚ ਵਾਧਾ ਚਲਾ ਜਾਵੇ, ਸਾਡੇ ਹੱਥ ਦੇ ਕੰਮ ਤੁਹਾਨੂੰ ਪਸੰਦ ਆਉਣ ਵਾਲੇ ਹੋਣ ਪਿਤਾ ਪਰਮੇਸ਼ਰ। ਕਿਤੇ ਅਜਿਹਾ ਨਾ ਹੋਵੇ ਕਿ ਅਸੀਂ ਆਸ਼ੀਸ਼ਾਂ ਦੇ ਰਾਹ ਤੋਂ ਭਟਕ ਜਾਈਏ ਪ੍ਰਭੂ ਜੀ, ਅਸੀਂ ਦਇਆ ਦੇ ਰਾਹ ਤੋਂ ਭਟਕ ਜਾਈਏ, ਅਸੀਂ ਕਿਰਪਾ ਦੇ ਰਾਹ ਤੋਂ ਭਟਕ ਜਾਈਏ। ਅਸੀਂ ਹਰ ਵੇਲੇ ਮਦਦ ਵਿੱਚ ਲੱਗੇ ਰਹੀਏ, ਅਸੀਂ ਤੁਹਾਡੇ ਰਾਹਾਂ ਦੇ ਵਿੱਚ ਚੱਲੀਏ ਖੁਦਾਵੰਦ। ਸਾਡੇ ਮੂੰਹ ਚੋਂ ਨਿਕਲਿਆ ਹਰ ਇੱਕ ਸ਼ਬਦ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ। ਅਸੀਂ ਤੁਹਾਡੇ ਨਾਮ ਦੇ ਵਿੱਚ ਪੁਕਾਰੀਏ ਤੇ ਤੁਹਾਡੇ ਵਚਨਾਂ ਨੂੰ ਫੜ ਕੇ ਰੱਖੀਏ ਪ੍ਰਭੂ ਜੀ। ਸਾਡਾ ਮੂੰਹ ਹਮੇਸ਼ਾ ਤੁਹਾਡੇ ਮੂੰਹ ਦੇ ਵੱਲ ਤੱਕਦਾ ਰਹੇ ਪਿਤਾ ਪਰਮੇਸ਼ਰ। ਸਾਡੇ ਸ਼ਬਦ ਹਮੇਸ਼ਾ ਤੁਹਾਡੇ ਸ਼ਬਦਾਂ ਦੀ ਤਲਾਸ਼ ਵਿੱਚ ਰਹਿਣ ਖੁਦਾਵੰਦ। ਸਾਡੇ ਕੰਨ ਸੁਣਨਾ ਚਾਹਣ ਤੁਹਾਡੀ ਆਵਾਜ਼ ਨੂੰ ਤੇ ਸਾਡੀਆਂ ਅੱਖਾਂ ਤੁਹਾਡੇ ਦਰਸ਼ਨਾਂ ਨੂੰ ਵੇਖ ਸਕਣ ਖੁਦਾਵੰਦ। ਸੱਚਮੁੱਚ ਪਰਮੇਸ਼ਰ ਪਿਤਾ ਤੁਸੀਂ ਆਪਣੇ ਵਚਨ ਦੇ ਵਿੱਚ ਆਪਣੇ ਚੇਲਿਆਂ ਨੂੰ ਸੱਚ-ਸੱਚ ਕਿਹਾ ਪ੍ਰਭੂ ਜੀ ਕਿ ਧੰਨਵਾਨ ਦਾ ਸਵਰਗ ਰਾਜ ਦੇ ਵਿੱਚ ਵੜਨਾ ਬਹੁਤ ਹੀ ਔਖਾ ਆ ਖੁਦਾਵੰਦ। ਅਸੀਂ ਅਜਿਹੇ ਧੰਨਵਾਨ ਨਾ ਹੋਈਏ ਜੋ ਸਵਰਗ ਰਾਜ ਦੇ ਵਿੱਚ ਵੜ ਨਾ ਸਕੀਏ, ਪਰ ਸਾਡਾ ਧਨ ਸਵਰਗ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤਾ ਜਾਏ। ਅਸੀਂ ਆਪਣੇ ਸਵਰਗ ਦੇ ਵਿੱਚ ਗੋਲਕਾਂ ਨੂੰ ਭਰ ਦਈਏ ਪਿਤਾ ਪਰਮੇਸ਼ਰ, ਪਰ ਉਹ ਗੋਲਕ ਉਛਲਣ ਅਤੇ ਸੱਚਮੁੱਚ ਤੁਹਾਡੇ ਨਾਮ ਦੀ ਮਹਿਮਾ ਹੋਵੇ। ਅਸੀਂ ਉਸ ਸਵਰਗ ਦੇ ਧਨ ਨੂੰ ਇਕੱਠਾ ਕਰੀਏ ਜਿਹਨੂੰ ਨਾ ਕੋਈ ਚੋਰ ਚੁਰਾਉਂਦੇ, ਨਾ ਕੋਈ ਹਿੱਸੇਦਾਰੀ ਲੈਂਦਾ ਆ, ਜੋ ਸਾਡੇ ਖਜ਼ਾਨੇ ਵਿੱਚ ਜਮ੍ਹਾਂ ਹੋਵੇ ਪਿਤਾ ਪਰਮੇਸ਼ਰ। ਅਸੀਂ ਉਸ ਧੰਨਵਾਨ ਵਰਗੇ ਨਾ ਹੋਈਏ ਜੋ ਸੰਸਾਰ ਵਿੱਚ ਆਪਣਾ ਧਨ ਇਕੱਠਾ ਕਰੇ ਪਰ ਸਵਰਗ ਵਿੱਚ ਕੰਗਾਲਾਂ ਦੇ ਵਿੱਚ ਗਿਣਿਆ ਜਾਵੇ। ਅਸੀਂ ਸਵਰਗ ਰਾਜ ਦੇ ਵਿੱਚ ਵੱਡੇ ਧੰਨਵਾਨ ਹੋਈਏ ਪ੍ਰਭੂ ਜੀ। ਅਸੀਂ ਮਾਇਆ ਦੇ ਮੋਹ ਨੂੰ ਆਪਣੇ ਵਿੱਚ ਨਾ ਰੱਖੀਏ, ਅਸੀਂ ਸਬਰ ਕਰੀਏ ਤੇ ਤੁਹਾਡੀ ਆਸ਼ੀਸ਼ ਦੀ ਵੇਟ ਕਰੀਏ। ਅਸੀਂ ਤੁਹਾਡੇ ਵਚਨ ਦੇ ਵਿੱਚ ਬਣੇ ਰਹੀਏ, ਕਿਉਂ ਜੋ ਤੁਸੀਂ ਵਚਨ ਦੇ ਵਿੱਚ ਕਿਹਾ ਕਿ ਨਾ ਮੈਂ ਤੁਹਾਨੂੰ ਕਦੇ ਛੱਡਾਂਗਾ ਤੇ ਨਾ ਹੀ ਤਿਆਗਾਂਗਾ। ਹੌਸਲਾ ਰੱਖੋ, ਕਿਉਂ ਜੋ ਪ੍ਰਭੂ ਮੈਂ ਤੁਹਾਡਾ ਸੱਚਾ ਸਹਾਇਕ ਹਾਂ ਖੁਦਾਵੰਦ। ਤੁਸੀਂ ਸਾਡੇ ਸੱਚੇ ਸਹਾਇਕ ਹੋ। ਅਸੀਂ ਨਾ ਡਰਾਂਗੇ, ਨਾ ਘਬਰਾਵਾਂਗੇ, ਕਿਉਂ ਜੋ ਸਾਨੂੰ ਵਿਸ਼ਵਾਸ ਹੈ ਕਿ ਇਨਸਾਨ ਸਾਡਾ ਕੁਝ ਨਹੀਂ ਕਰ ਸਕਦੇ, ਕਿਉਂ ਜੋ ਸਾਨੂੰ ਬਚਾਉਣ ਵਾਲਾ ਸਾਡਾ ਪਰਮੇਸ਼ਰ ਆ। ਅਸੀਂ ਜਦ ਵੀ ਤੁਹਾਨੂੰ ਲੱਭੀਏ ਤੁਸੀਂ ਸਾਨੂੰ ਮਿਲੋ ਪਿਤਾ ਪਰਮੇਸ਼ਰ। ਅਸੀਂ ਸਾਰੇ ਦਿਲ ਦੇ ਨਾਲ ਧਾਰਮਿਕਤਾ ਦੇ ਕੰਮ ਕਰੀਏ, ਪਾਪਾਂ ਦੀ ਗੁਲਾਮੀ ਤੋਂ ਆਜ਼ਾਦ ਕੀਤੇ ਜਾਈਏ, ਬਦੀ ਦੇ ਬੰਧਨਾਂ ਤੋਂ ਫ੍ਰੀ ਕੀਤੇ ਜਾਈਏ ਪਿਤਾ, ਪੀੜ੍ਹੀਆਂ ਦੇ ਸ਼ਰਾਪ ਤੋਂ ਆਜ਼ਾਦ ਕੀਤੇ ਜਾਈਏ, ਸਦਾ ਦੀਆਂ ਬਿਮਾਰੀਆਂ ਸਾਨੂੰ ਛੱਡਣ ਅਤੇ ਸਦਾ ਦੇ ਜੀਵਨ ਵਿੱਚ ਅਸੀਂ ਪਹੁੰਚ ਜਾਈਏ। ਸਦਾ ਦਾ ਦਇਆ ਵਾਲਾ ਅਤੇ ਪਵਿੱਤਰ ਪਰਮੇਸ਼ਰ ਸਾਡੀ ਮਦਦ ਸਹਾਇਤਾ ਅਗਵਾਈ ਕਰੇ। ਪਵਿੱਤਰ ਕਰਨ ਵਾਲਾ ਖੁਦਾ ਸਾਨੂੰ ਪਵਿੱਤਰ ਕਰੇ, ਸ਼ੁੱਧ ਕਰਨ ਵਾਲਾ ਪਰਮੇਸ਼ਰ ਸਾਨੂੰ ਸ਼ੁੱਧ ਕਰੇ। ਅਸੀਂ ਹਮੇਸ਼ਾ ਨੇਕੀ ਦੀ ਚਾਲ ਚੱਲਦੇ ਤੁਹਾਡੇ ਰਾਹਾਂ ਦੇ ਵਿੱਚ ਵਧੀਆ ਤੇ ਤੁਹਾਨੂੰ ਪਸੰਦ ਆਉਣ ਵਾਲੇ ਕੰਮ ਕਰੀਏ ਖੁਦਾਵੰਦ। ਸੱਚਮੁੱਚ ਜਦ ਅਸੀਂ ਆਪਣੇ ਮਨ ਦੀ ਸ਼ਾਂਤੀ ਦੇ ਨਾਲ ਗੁਪਤ ਮਨ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਬੈਠੀਏ ਖੁਦਾਵੰਦ, ਅਸੀਂ ਤੁਹਾਨੂੰ ਲੱਭੀਏ ਤੇ ਤੁਸੀਂ ਸਾਨੂੰ ਲੱਭ ਪਾਓ।
ਸਾਡੇ ਦਿਲ ਦੇ ਵਿੱਚ ਭਰੇ ਸਾਰੇ ਕਚਰੇ ਨੂੰ ਅਸੀਂ ਆਪਣੀ ਜ਼ਿੰਦਗੀ 'ਚੋਂ ਕੈਂਸਲ ਕਰਦੇ ਹਾਂ ਔਰ ਆਪਣੇ ਦਿਲ ਦੇ ਦਰਵਾਜ਼ੇ ਨੂੰ ਤੁਹਾਡੇ ਲਈ ਖੋਲ੍ਹਦੇ। ਖੁਦਾਵੰਦ ਸੱਚਮੁੱਚ ਤੁਸੀਂ ਸਾਡੇ ਅੰਦਰ ਆਓ, ਸੱਚੀ ਸ਼ਾਂਤੀ ਨਾਲ ਸਾਨੂੰ ਬਲੈਸ ਕਰੋ, ਸਾਡੀਆਂ ਸਾਰੀਆਂ ਕਮੀਆਂ ਘਟੀਆਂ ਜ਼ਰੂਰਤਾਂ ਨੂੰ ਤੁਸੀਂ ਪੂਰੀਆਂ ਕਰੋ ਪਿਤਾ ਪਰਮੇਸ਼ਰ। ਸਾਡੀ ਆਸਰਾ, ਓਟ ਅਤੇ ਟੇਕ ਹਮੇਸ਼ਾ ਤੁਹਾਡੇ ਨਾਮ ਤੇ ਹੋਵੇ, ਕਿਉਂ ਜੋ ਯਹੋਵਾ ਭਲਾ ਅਤੇ ਦਇਆ ਕਰਨ ਵਾਲਾ ਪਰਮੇਸ਼ਰ ਆ। ਤੁਹਾਡੀ ਸਦਾ ਦੀ ਦਇਆ, ਕਿਰਪਾ, ਆਸ਼ੀਸ਼, ਬਰਕਤ ਨੂੰ ਇਹਨਾਂ ਸਾਰੇ ਪਰਿਵਾਰਾਂ ਦੇ ਲਈ ਮੰਗਦੇ ਹੋਏ ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।